डॉक्टर साहब ਜਿਹੜੇ ਜ਼ਿੰਦਗੀ ਦੇ ਤੁਸੀਂ ਔਖੇ ਪੜਾਅ ਦਾ ਜ਼ਿਕਰ ਕੀਤਾ, ਮੈਂ ਸੌਖੇ ਪੜਾਵਾਂ ਵੱਲ ਬਾਅਦ ਚ ਆਊਂਗਾ। ਤੇ ਔਖੇ ਪੜਾਅ ਕਿਹੜੇ ਸਨ? ਮੇਰੀ ਜ਼ਿੰਦਗੀ ਦੇ ਔਖੇ ਪੜਾਅ ਸਭ ਤੋਂ ਔਖਾ ਪੜਾਅ ਸੀ ਮੇਰੇ ਵਾਸਤੇ ਡਾਕਟਰ ਸਾਹਿਬ ਜਦੋਂ ਮੇਰੇ ਹਸਬੈਂਡ ਦੀ ਡੈਥ ਹੋਈ। ਤੁਸੀਂ ਬਹੁਤ ਸਿੱਧਕੀ ਹੋ ਔਰ ਪ੍ਰੇਰਨਾ ਸਰੋਤ ਹੋ ਨੌਜਵਾਨ ਵਰਗ ਦੇ ਲਈ, ਲੜਕੇ ਲੜਕੀਆਂ ਲਈ ਔਰ ਨਾਰੀ ਜਗਤ ਦੇ ਲਈ ਵੀ ਬਹੁਤ। ਕਿਉਂਕਿ ਵੀਰ ਜੀ ਮੇਰੇ ਜਦੋਂ ਹਸਬੈਂਡ ਪੂਰੇ ਹੋਏ ਮੇਰੀ ਬੈਕਗਰਾਉਂਡ ਮੈਨੂੰ ਯਾਦ ਆਈ ਮੇਰੀ ਲਾਈਫ ਦੀ। ਮੇਰੇ ਬ੍ਰਦਰ ਨਹੀਂ ਹੈ, ਫਾਦਰ ਨਹੀਂ ਹੈ। ਸੰਗਤ ਦੇ ਵਿੱਚ ਸਾਡੀ ਉਮਰ ਦਾ, ਸਾਡੇ ਤੋਂ 10-20 ਸਾਲ ਘੱਟ ਉਮਰ ਦੇ ਨੂੰ ਪੁੱਛ ਲਓ ਕਿ ਇੱਥੋਂ ਦੀ ਹਿਸਟਰੀ ਕੀ ਹੈ ਜੀ, ਉਹਨਾਂ ਨੂੰ ਨਹੀਂ ਪਤਾ ਬਿਲਕੁਲ। ਇਹ ਜ਼ਰੂਰ ਕਿਉਂਕਿ ਮਾਤਾ ਗੁਜਰੀ ਜੀ ਦੀ ਸਿੱਖਿਆ ਸੀ ਬਿਲकुल 7 ਸਾਲ ਤੇ 9 ਸਾਲ ਦੇ ਬੱਚਿਆਂ, ਬਿਲकुल ਕੋਈ ਸ਼ੱਕ ਨਹੀਂ। ਉਹਨਾਂ ਦੀ ਸਿੱਖਿਆ ਕਰਕੇ ਉਹ ਮੌਤ ਤੋਂ ਨਹੀਂ ਘਬਰਾਏ, ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਬਿਲकुल। ਔਰ ਸਾਨੂੰ ਵੀ ਸਾਡੇ ਵੀ ਪ੍ਰੇਰਨਾ ਸਰੋਤ ਨੇ ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਭਾਗੋ ਜੀ। ਅਸੀਂ ਉਹਨਾਂ ਦੀ ਔਲਾਦ ਹਾਂ, ਉਹਨਾਂ ਦੀਆਂ ਬੱਚੀਆਂ ਵਾਂ, ਉਹਨਾਂ ਦੀਆਂ ਵਾਰਿਸ ਹਾਂ। ਸਾਨੂੰ ਥੋੜਾ ਜਿਹਾ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਆਪ ਵੀ ਗੁਰੂ ਘਰ ਦਾ ਇਤਿਹਾਸ ਪੜ੍ਹੋ ਔਰ ਆਪਣੇ ਆਪ ਤੇ ਮਾਣ ਮਹਿਸੂਸ ਕਰੋ ਕਿ ਤੁਸੀਂ ਆਪਾਂ ਸਿੱਖ ਹਾਂ। ਸਾਡਾ ਤੇ ਇਤਿਹਾਸ ਹੀ ਵੱਖਰਾ ਦੁਨੀਆ ਤੋਂ ਬਿਲकुल ਨਿਰਾਲਾ ਜੀ ਬਿਲकुल। ਤੇ ਇਹ ਸਿੱਖਿਆ ਜਿਹੜੀ ਹੈ ਆਪਣੀਆਂ ਬੱਚੀਆਂ ਨੂੰ, ਆਪਣੇ ਬੱਚਿਆਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਜਿਹੜੇ ਸਾਡੇ ਬੱਚੇ ਅੱਜ ਕੋਈ 2-4% ਪੰਜਾਬ ਦੇ ਨੌਜਵਾਨ ਨਸ਼ੇ ਵੱਲ ਤੁਰ ਪਏ ਨੇ, ਪਤਿਤ ਪੁਣੇ ਵੱਲ ਤੁਰ ਪਏ ਨੇ, ਉਹ ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਵਾਲੇ ਕਹਿੰਦੇ ਹੁੰਦੇ ਨੇ ਕਿ ਇਹਨਾਂ ਤੇ ਆਪੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਤੇ ਉਹਨਾਂ ਤੇ ਮਹਾਰਾਜ ਕਿਰਪਾ ਕਰਨ ਤੇ ਸਾਡੀਆਂ ਅਸੀਂ ਜਿਹੜੀਆਂ ਮਾਵਾਂ ਵਾਂ ਅਸੀਂ ਆਪਣਾ ਰੋਲ ਜ਼ਰੂਰ ਅਦਾ ਕਰੀਏ। ਟੀਚਰਸ ਵੀ ਆਪਣਾ ਰੋਲ ਅਦਾ ਕਰਨ। ਟੀਚਰਸ ਦੇ ਕਹਿਣ ਤੇ ਮੈਂ ਇਸ ਗੱਲ ਤੋਂ ਬੜੀ ਕਾਲਜ ਦੇ ਵਿੱਚ ਮੈਨੂੰ ਬੱਚੇ ਯਾਦ ਕਰਦੇ ਨੇ ਕਿ ਮੈਡਮ ਮਿਲਣਗੇ ਤੇ 2 ਘੜੀ ਖੜ ਕੇ ਪਹਿਲਾਂ ਸਿੱਖੀ ਦੀ ਗੱਲ ਕਰਨਗੇ, ਫਿਰ ਰਿਕੁਐਸਟ ਵਰਡ ਯੂਜ਼ ਕਰਨੀ ਆ ਮੈਂ ਆਪਣੇ ਸਟੂਡੈਂਟਸ ਵਾਸਤੇ ਕਿ ਦਸਤਾਰ ਸਜਾਇਆ ਕਰੋ। मैं परमजीत सिंह राणमा देश विदेश ਦੀਆਂ तमाम संगतां ਦਾ स्वागत करदा। सब तो पहला गुरु की बख्शिश की फतेह प्रवान करो जी। वाहिगुरु जी का खालसा, वाहिगुरु जी की फतेह। जिंदगी हर कदम एक नई जंग है। कदे जंग अरमानां दे नाल, ख्वाबां नाल, ख्वाहिशां नाल, मन नाल, कदे अपने आप नाल, कदे अपणिਆਂ नाल, कदे परायां दे नाल। जंग जिंदगी एक जंग है। कई रूप ने जिंदगी दी जंग दे और इस जंग नूं जितना ही जिहड़ा इस जंग नूं जित जांदा है ना, असल विच योधा भी उही है। योधे कई प्रकार दे हुंदे ने। जिंदगी दी जंग नूं जितना भी एक सूरमताई ही है। कई इस जंग नूं जितदे नहीं, थोड़ा डैमोरलाइज हो जाते ने और अपना जीवन लीला ही समाप्त कर देंदे ने। पर जिहड़े सूरमे हुंदे ने, योधे हुंदे ने, जां जिहड़े मर्द हुंदे ने, जां जिहड़ी औरत है, वो कुछ ना कुछ जिंदगी दे विच संसार नूं बन के अगर विखावे तो समझो उसने अपनी जिंदगी की जंग नूं जित लिया है। ऐसी ही एक शख्सियत अज तुहाडे रूबरू करन जा रहे हैं। डॉक्टर रजिंदर कौर जी जिहड़े इस वक्त माता गुजरी कॉलेज श्री फतेहगढ़ साहिब दे विच जॉब कर रहे हैं पंजाबी डिपार्टमेंट के अंदर। उन्हां तो जानते हैं जिहड़ी जिंदगी की जंग है
ਉਹਨਾਂ ਕਿਸ ਤਰ੍ਹਾਂ ਜਿੱਤੀ। ਬਹੁਤ ਪੜਾਅ ਹੁੰਦੇ ਨੇ ਜੀਵਨ ਦੇ ਵਿੱਚ, ਔਰ ਜ਼ਿੰਦਗੀ ਕਦਮ ਦਰ ਕਦਮ ਸਾਡਾ ਤੁਹਾਡਾ ਇਮਤਿਹਾਨ ਵੀ ਲੈਂਦੀ ਹੈ। ਸੋ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ, ਕਿਸ ਪ੍ਰਕਾਰ ਉਹਨਾਂ ਆਪਣੀ ਇਹ ਜ਼ਿੰਦਗੀ ਦੀ ਜੰਗ ਨੂੰ ਜਿੱਤਿਆ ਔਰ ਪ੍ਰੇਰਣਾ ਸਰੋਤ ਬਣੇ ਨੇ ਉਹ ਨੌਜਵਾਨਾਂ ਦੇ ਲਈ, ਨੌਜਵਾਨ ਲੜਕੇ ਲੜਕੀਆਂ ਦੇ ਲਈ, ਔਰ ਨਾਰੀ ਜਗਤ ਦੇ ਲਈ ਵੀ। ਸੋ ਡਾਕਟਰ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ, ਇੱਕ ਅਦੀਬ ਦਾ ਕਥਨ ਹੈ, ਔਰ ਇਹ ਜੰਗ ਨੂੰ ਤੁਸੀਂ ਕਿਵੇਂ ਜਿੱਤਿਆ? ਪੜਾਅ ਦਰ ਪੜਾਅ ਚੱਲਦੇ ਗਏ। ਪਹਿਲਾਂ ਮੈਂ ਤੁਹਾਤੋਂ ਜਾਣਨਾ ਚਾਹੂੰਗਾ ਤੁਹਾਡਾ ਬਚਪਨ, ਤੁਹਾਡਾ ਪਰਿਵਾਰ, ਫਿਰ ਤੁਹਾਡੀ ਤਾਲੀਮ ਜਿਹੜੀ ਵਿੱਦਿਆ ਹੈ, ਫਿਰ ਇੱਥੋਂ ਤੱਕ ਪਹੁੰਚਣਾ, ਪ੍ਰੋਫੈਸਰ ਬਣਨਾ, PhD ਕਰਨੀ, ਇਹ ਸਾਰਾ ਕੁਝ ਜਾਣਨਾ ਚਾਹੁੰਦਾ। ਸਭ ਤੋਂ ਪਹਿਲਾਂ ਮੈਂ ਪਰਮਜੀਤ ਸਿੰਘ ਉਹਨਾਂ ਦਾ ਅਤੇ ਜਿਹੜੇ ਵੀ ਮੈਨੂੰ ਸੁਣ ਰਹੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ। ਮੈਂ ਜ਼ਿੰਦਗੀ ਦੀ ਜੰਗ ਜਿੱਤੀ ਤਾਂ ਨਹੀਂ, ਪਰ ਜਿੱਤਣ ਦੀ ਕੋਸ਼ਿਸ਼ ਦੇ ਵਿੱਚ ਜ਼ਰੂਰ ਰਹੀ ਹਾਂ। ਅਤੇ ਮੇਰਾ ਵੀਰ ਜੀ ਜਨਮ ਜਿਹੜਾ ਹੈ ਉਹ ਪਿੰਡ ਤਲਵੰਡੀ ਮਲਕ, ਜ਼ਿਲ੍ਹਾ ਪਟਿਆਲਾ, ਉੱਥੇ ਹੋਇਆ ਜੀ। ਮੇਰੇ ਫਾਦਰ ਸਾਹਿਬ ਦੀਆਂ 7 ਬੇਟੀਆਂ ਸਨ, ਜਿਨ੍ਹਾਂ ਵਿੱਚੋਂ ਮੈਂ ਸਭ ਤੋਂ ਛੋਟੀ ਹਾਂ। ਔਰ ਜਦੋਂ ਮੇਰੇ ਚੌਥੇ ਨੰਬਰ ਵਾਲੇ ਸਿਸਟਰ 10ਵੀਂ ਦੇ ਵਿੱਚ ਉਹਨਾਂ ਨੇ ਇਮਤਿਹਾਨ ਦਿੱਤਾ, ਤਾਂ ਉਹ ਸਾਡੇ ਪਿੰਡ ਦੀ ਪਹਿਲੀ ਲੜਕੀ ਸੀ ਜਿਨ੍ਹਾਂ ਨੇ ਪਿੰਡ ਦੇ ਵਿੱਚੋਂ 10ਵੀਂ ਕੀਤੀ। 10ਵੀਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਮੈਡੀਕਲ ਕਰਨਾ ਹੈ, ਤਾਂ ਮੇਰੇ ਚਾਚੇ ਤਾਏ, ਈਵਨ ਪਿੰਡ ਦੇ ਲੋਕ ਵੀ ਨਾਰਾਜ਼ ਹੋਏ ਕਿ ਜੇ ਤੂੰ ਬਾਹਰ ਭੇਜੇਂਗਾ ਆਪਣੀ ਬੇਟੀ ਨੂੰ ਪੜ੍ਹਨ ਵਾਸਤੇ ਤਾਂ ਸਾਡਾ ਤੇਰੇ ਨਾਲ ਬਾਈਕਾਟ ਹੈ। ਅੱਛਾ। ਮੇਰੇ ਫਾਦਰ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ। ਉਹਨਾਂ ਨੇ ਉਸ ਵਕਤ ਜਦੋਂ ਲੜਕੀਆਂ ਨੂੰ ਬਾਹਰ ਭੇਜਣਾ ਬਹੁਤ ਮਾੜਾ ਹੀ ਸਮਝਿਆ ਜਾਂਦਾ ਸੀ, 10ਵੀਂ ਤੱਕ 8ਵੀਂ ਤੱਕ ਪੜ੍ਹਾ ਕੇ ਵਿਆਹ ਕਰ ਦਿੱਤੇ ਜਾਂਦੇ ਸਨ ਜੀ, ਅਤੇ ਉਦੋਂ ਉਹਨੂੰ ਬੇਟੀ ਦੇ ਉੱਤੇ ਵਿਸ਼ਵਾਸ ਕਰਕੇ ਤੇ ਅੰਮ੍ਰਿਤਸਰ ਭੇਜ ਦਿੱਤਾ MBBS ਕਰਨ ਵਾਸਤੇ। ਵਾਹ, ਕਿਆ ਬਾਤ ਹੈ। ਉਹ ਡਾਕਟਰ ਬਣੇ ਜੀ। ਉਹਨਾਂ ਨੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵਾਟ ਇਜ਼ ਦਾ ਵੈਲਿਊ ਆਫ ਐਜੂਕੇਸ਼ਨ, ਤਾਂ ਉਹਨਾਂ ਨੇ ਆਪਣੀਆਂ ਛੋਟੀਆਂ 3 ਭੈਣਾਂ ਵੱਲ ਧਿਆਨ ਦਿੱਤਾ। ਉਹਨਾਂ ਨੇ ਸਾਡੀਆਂ ਐਡਮਿਸ਼ਨਸ ਕਰਾਈਆਂ, ਸਾਨੂੰ ਮੈਟ੍ਰਿਕ ਤੋਂ ਬਾਅਦ ਪੜ੍ਹਨ ਹਾਇਰ ਐਜੂਕੇਸ਼ਨ ਵਾਸਤੇ ਉਹਨਾਂ ਨੇ ਪ੍ਰੇਰਨਾ ਦਿੱਤੀ। ਔਰ ਮੇਰੇ ਫਾਦਰ ਅਤੇ ਮੇਰੇ ਮਦਰ ਦੋਹਾਂ ਦਾ ਸਾਡੀ ਸਾਰਿਆਂ ਦੀ ਜ਼ਿੰਦਗੀ, ਹਰ ਇੱਕ ਪੇਰੈਂਟਸ ਦਾ ਹੁੰਦਾ ਹੈ, ਪਰ ਆਪਣੀਆਂ ਬੱਚੀਆਂ ਔਰ ਇੰਨੀਆਂ ਬੇਟੀਆਂ ਨੂੰ ਪੜ੍ਹਾਉਣਾ ਬਹੁਤ ਉਸ ਵਕਤ ਬਹੁਤ ਵੱਡੀ ਗੱਲ ਸੀ। ਬਿਲਕੁਲ ਬਿਲਕੁਲ। ਮੈਂ ਸਕੂਲ ਤੋਂ ਮੈਟ੍ਰਿਕ ਕੀਤੀ। ਉਸ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ BA ਆਨਰਸ ਦੀ ਡਿਗਰੀ ਹਾਸਲ ਕੀਤੀ। ਦਲੀਪ ਕੌਰ ਟਿਵਾਣਾ, ਮੈਂ ਬਹੁਤ ਉਹਨਾਂ ਨੂੰ ਸਤਿਕਾਰ ਦੇ ਨਾਲ ਯਾਦ ਕਰ ਰਹੀ ਹਾਂ ਕਿ ਮੇਰੇ ਟੀਚਰ ਰਹੇ ਨੇ। ਅੱਛਾ, ਦਲੀਪ ਕੌਰ ਟਿਵਾਣਾ ਜੀ। ਹਾਂਜੀ ਹਾਂਜੀ। ਔਰ ਜਦੋਂ ਮੈਂ BA ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਮੇਰੇ ਹੈੱਡ ਆਫ ਦੀ ਡਿਪਾਰਟਮੈਂਟ ਸਨ। ਬਹੁਤ ਮੈਨੂੰ ਆਪਣੇ ਟੀਚਰਸ ਤੋਂ ਵੀ ਮੈਂ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਇੱਥੋਂ ਤੱਕ ਪਹੁੰਚੀ ਹਾਂ ਜੀ। MPhil 1991 ਮਾਰਚ ਦੇ ਵਿੱਚ ਮੈਂ MPhil ਕੀਤੀ ਜੀ। ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਮੈਨੂੰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ 1991 ਦੇ ਵਿੱਚ ਜੋਬ ਮਿਲ ਗਈ। 91 'ਚ ਬਹੁਤ ਛੋਟੀ ਉਮਰ ਦੇ ਵਿੱਚ, 26-27 ਸਾਲ ਦੀ ਉਮਰ ਦੇ ਵਿੱਚ। ਔਰ ਉੱਥੋਂ ਮੈਂ ਫਿਰ ਜੋਬ ਕੀਤੀ ਪੂਰੀ ਤਰ੍ਹਾਂ ਸਮਰਪਿਤ, ਤਨ ਮਨ ਧਨ ਦੇ ਨਾਲ ਮਾਤਾ ਗੁਜਰੀ ਕਾਲਜ ਦੇ ਵਿੱਚ। ਔਰ ਉਸ ਪਵਿੱਤਰ ਧਰਤੀ 'ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਪੂਰੇ ਡੈਡੀਕੇਟ ਹੋ ਕੇ ਸੇਵਾ ਕੀਤੀ। ਔਰ 2004 ਦੇ ਵਿੱਚ ਸਾਡੇ ਡਾਕਟਰ ਗੁਰਮੋਹਨ ਸਿੰਘ ਵਾਲੀਆ ਪ੍ਰਿੰਸੀਪਲ ਸਨ। ਉਹਨਾਂ ਨੇ ਮੈਨੂੰ ਹਰਿਆਣੇ ਦੇ ਵਿੱਚ ਇੱਕ ਕਾਲਜ ਹੈ, ਮਾਤਾ ਸੁੰਦਰੀ ਕਾਲਜ, ਗਰਲਸ ਕਾਲਜ ਸੀ ਉਹ। 2004 ਦੇ ਵਿੱਚ ਉਹ ਖੁੱਲ੍ਹਿਆ ਸੀ। ਬੀਬੀ ਜਗੀਰ ਕੌਰ ਉਦੋਂ ਪ੍ਰਧਾਨ ਸਨ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਹਰਿਆਣੇ ਵਿੱਚ ਜਾ ਕੇ ਸੇਵਾ ਕਰੋ। ਮੈਂ ਜਵਾਬ ਦਿੱਤਾ ਇੱਕ ਵਾਰੀ ਕਿ ਸਰ ਨਹੀਂ, ਮੇਰੇ ਵਾਸਤੇ ਮੈਂ ਕਰ ਸਕਦੀ, ਪਰ ਉਹਨਾਂ ਨੇ ਕਿਹਾ ਨਹੀਂ, ਤੁਸੀਂ ਜਾ ਕੇ ਇੱਕ ਵਾਰੀ ਦੇਖੋ। ਉੱਥੇ ਮੈਂ 1.5 ਕੁ ਸਾਲ ਐਜ਼ ਏ ਪ੍ਰਿੰਸੀਪਲ ਲਾਇਆ। ਉੱਥੋਂ ਦੇ ਲੋਕਾਂ ਤੋਂ ਬਹੁਤ, ਜਦੋਂ ਮੈਂ ਇਹ ਕਹਿੰਦੀ ਜਾ ਕੇ ਕਿ ਵੇਖੋ ਬਾਪੂ ਜੀ, ਵੇਖੋ ਬੇਬੇ ਜੀ, ਮੈਂ ਤੁਹਾਡੀਆਂ ਬੇਟੀਆਂ ਨੂੰ ਪੜ੍ਹਾਉਣ ਵਾਸਤੇ ਇੱਥੇ ਆਈ ਹਾਂ, ਤੁਸੀਂ ਆਪਣੀਆਂ ਬੱਚੀਆਂ ਨੂੰ ਪੜ੍ਹਾਓ, ਤਾਂ ਉਸ ਕਾਲਜ ਦੀ ਸਟਰੈਂਥ ਵਧਣੀ ਸ਼ੁਰੂ ਹੋ ਗਈ।
2006 ਦੇ ਵਿੱਚ ਫਿਰ ਮੈਂ ਆਪਣਾ ਕਾਲਜ ਜੁਆਇਨ ਕਰ ਲਿਆ ਔਰ ਕਾਲਜ ਜੁਆਇਨ ਕਰਨ ਤੋਂ ਬਾਅਦ ਮੈਂ ਉੱਥੇ ਸਾਡੇ ਕਾਲਜ ਮਾਤਾ ਗੁਜਰੀ ਕਾਲਜ ਦੇ ਵਿੱਚ 3 ਲੜਕੀਆਂ ਦੇ ਹੋਸਟਲ ਨੇ, ਮੈਂ ਥੋੜਾ ਟਾਈਮ ਹੋਸਟਲ ਵਾਰਡਨ ਦੀ ਵੀ ਸੇਵਾ ਨਿਭਾਈ। ਅੱਛਾ। ਹਾਂਜੀ। ਤੇ ਮੇਰਾ ਕਾਲਜ ਜਿਹੜਾ ਹੈ ਮੇਰੀ ਲਾਈਫ ਦੇ ਵਿੱਚ ਬਹੁਤ ਉਹਦਾ ਰੋਲ ਹੈ, ਮੇਰੇ ਸਾਥੀਆਂ ਦਾ ਬਹੁਤ ਰੋਲ ਹੈ। ਤੇ PhD ਮੈਂ ਕੀਤੀ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਸਰਵਿਸ ਦੇ ਦੌਰਾਨ। ਸਰਵਿਸ ਦੌਰਾਨ? ਹਾਂਜੀ। ਮੇਰੀ ਬੇਟੀ ਵੀ ਸੀ ਉਦੋਂ ਤੇ ਉਦੋਂ ਮੈਨੂੰ ਮੁਸ਼ਕਲਾਂ ਬਹੁਤ ਆਈਆਂ ਤੇ ਫਿਰ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਉਹ ਡਿਗਰੀ ਹਾਸਲ ਕਰ ਲਈ ਤੇ ਮੈਂ ਮੇਰੇ ਨਾਮ ਦੇ ਨਾਲ ਜਦੋਂ ਡਾਕਟਰ ਲੱਗਿਆ, ਇੱਕ ਮੇਰੇ ਫਾਦਰ ਸਾਹਿਬ ਦੀ ਪਹਿਲਾਂ ਬੇਟੀ ਸੀ ਜਿਹੜੀ ਡਾਕਟਰ ਸੀ MBBS ਤੇ ਦੂਜੀ ਮੈਂ ਸੀ ਜਿਹੜੀ ਕਿਤਾਬਾਂ ਦੀ ਡਾਕਟਰ ਸੀ PhD। ਹਾਂਜੀ। ਤੇ ਮੇਰੇ ਵੱਡੇ ਸਿਸਟਰ ਜਿਹੜੇ ਨੇ ਉਹ ਖਾਲਸਾ ਕਾਲਜ ਤੋਂ ਹਿਸਟਰੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਏ ਨੇ। ਉਹਨਾਂ ਤੋਂ ਜਿਹੜੇ ਵੱਡੇ ਨੇ ਉਹ ਬੁੱਢਾ ਦਲ ਪਬਲਿਕ ਸਕੂਲ ਤੋਂ ਐਜ਼ ਏ ਵਾਈਸ ਪ੍ਰਿੰਸੀਪਲ ਤੇ ਮੈਂ ਐਜ਼ ਏ ਵਾਈਸ ਪ੍ਰਿੰਸੀਪਲ ਔਰ ਹੈੱਡ ਆਫ ਦੀ ਡਿਪਾਰਟਮੈਂਟ ਸੇਵਾ ਨਿਭਾ ਰਹੀ ਹਾਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ 'ਚ। ਵਾਹ ਡਾਕਟਰ ਸਾਹਿਬ, 7 ਭੈਣਾਂ? ਹਾਂਜੀ। ਮਤਲਬ 7 ਭੈਣਾਂ ਦੀ ਪਰਵਰਿਸ਼ ਜਦੋਂ ਮਾਪੇ ਕਰਦੇ ਨੇ ਔਰ ਐਡੇ ਉੱਚ ਅਹੁਦਿਆਂ ਤੇ ਵੀ ਮਾਂ-ਬਾਪ ਨੇ ਫਿਰ ਪਹੁੰਚਾਇਆ ਗੁਰੂ ਸਾਹਿਬ ਦੀ ਕਿਰਪਾ ਸਦਕਾ, ਕਿੱਦਾਂ ਦਾ ਮਹਿਸੂਸ ਕਰਦੇ ਹੋ? ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ, ਜਿੱਦਾਂ ਹੁਣ ਤੁਸੀਂ ਮੈਰਿਜ ਤੋਂ ਬਾਅਦ ਤੁਹਾਡੀ ਬੇਟੀ ਵੀ ਸੀ, ਤੁਸੀਂ PhD ਕੀਤੀ ਤੇ ਇੱਕ ਬਹੁਤ ਵੱਡੀ ਪ੍ਰੇਰਨਾ ਹੈ ਮੈਂ ਸਮਝੂੰਗਾ ਕਿ ਨੌਜਵਾਨ ਲੜਕੇ ਲੜਕੀਆਂ ਵਾਸਤੇ, ਕੀ ਸਮਝਦੇ ਹੋ? ਬਹੁਤ ਵੱਡੀ ਪ੍ਰੇਰਨਾ ਹੈ। ਮੈਂ ਆਪਣੇ ਲੈਵਲ ਤੇ ਵੀ ਇਹ ਜ਼ਰੂਰ ਕਹਾਂਗੀ ਕਿਉਂਕਿ ਵੀਰ ਜੀ ਕਈ ਵਾਰੀ ਨਾ ਅਸੀਂ ਛੋਟੀ ਜੀ ਮੁਸ਼ਕਲ ਆ ਜਾਏ ਸਾਡੀ ਲਾਈਫ ਦੇ ਵਿੱਚ ਤੇ ਅਸੀਂ ਘਬਰਾ ਜਾਂਦੇ ਹਾਂ ਜੀ। ਬਿਲਕੁਲ। ਖਾਸ ਤੌਰ ਤੇ ਔਰਤ ਬੜੀ ਗ੍ਰੇਟ ਹੈ ਪਰ ਔਰਤ ਮੈਂ ਕਹਿੰਦੀ ਹਾਂ ਕਿ ਉਹਨੂੰ ਇਹ ਕਹਿ ਲਓ ਕਿ ਦਿਲ ਛੋਟਾ ਹੈ ਜਾਂ ਘਬਰਾਹਟ ਵੀ ਸਾਡੇ ਵਿੱਚ ਬਹੁਤ ਛੇਤੀ ਆ ਜਾਂਦੀ ਹੈ, ਇਮੋਸ਼ਨਲ ਵੀ ਅਸੀਂ ਜ਼ਿਆਦਾ ਹੋ ਜਾਂਦੇ ਹਾਂ। ਪਰ ਜਦੋਂ ਮੈਂ PhD ਕੀਤੀ ਮੇਰੇ ਹਸਬੈਂਡ ਨੇ ਸਰਦਾਰ ਕੁਲਵੰਤ ਸਿੰਘ ਕੰਵਲ, ਉਹਨਾਂ ਨੇ ਪੂਰਾ ਮੇਰਾ ਸਾਥ ਦਿੱਤਾ। ਉਹ ਮੇਰੇ ਨਾਲ ਜਾਂਦੇ ਸਨ, ਬੇਟੀ ਨੂੰ ਫੜ ਕੇ ਬਾਹਰ ਖੜ੍ਹਦੇ ਸਨ ਤੇ ਮੈਂ ਅੰਦਰ ਆਪਣੇ ਗਾਈਡ ਡਾਕਟਰ ਲਾਭ ਸਿੰਘ ਖੀਵਾ ਉਹਨਾਂ ਤੋਂ ਆਪਣੇ ਪੇਪਰ ਜਿਹੜੇ ਨੇ ਉਹ ਚੈੱਕ ਕਰਾਉਂਦੀ ਸੀ। ਮੁਸ਼ਕਿਲਸ ਬਹੁਤ ਆਉਂਦੀਆਂ ਨੇ, ਹਰ ਕੰਮ ਦੇ ਵਿੱਚ ਆਉਂਦੀਆਂ ਨੇ, ਪਰ ਮੈਂ ਜ਼ਰੂਰ ਆਪਣੀਆਂ ਭੈਣਾਂ ਨੂੰ ਆਪਣੀਆਂ ਬੇਟੀਆਂ ਨੂੰ ਇਹ ਇੱਕ ਆਪਣੇ ਵੱਲੋਂ ਸਿੱਖਿਆ ਦੇਣੀ ਚਾਹੁੰਦੀ ਹਾਂ ਛੋਟੀਆਂ ਬੱਚੀਆਂ ਨੂੰ ਕਿ ਕਦੇ ਵੀ ਘਬਰਾਓ ਨਾ ਜ਼ਿੰਦਗੀ ਦੇ ਵਿੱਚ, ਆਪਣੇ ਅਸੂਲਾਂ ਨੂੰ ਲੈ ਕੇ ਔਰ ਆਪਣੇ ਗੁਰੂ ਦੀ ਬਖਸ਼ਿਸ਼ ਨੂੰ ਲੈ ਕੇ ਨਾਲ ਤੁਰੋ। ਬਿਲਕੁਲ ਬਿਲਕੁਲ। ਜਦੋਂ ਤੁਹਾਡੇ 'ਚ ਸਿਦਕ ਹੈ, ਜਦੋਂ ਤੁਹਾਡੇ ਕੋਈ ਅਸੂਲ ਨੇ ਜ਼ਿੰਦਗੀ ਦੇ ਵਿੱਚ ਔਰ ਜਦੋਂ ਤੁਸੀਂ ਤੁਹਾਡੀ ਲਾਈਫ ਦੇ ਵਿੱਚ ਡਿਸਿਪਲਿਨ ਹੈ, ਜਦੋਂ ਤੁਹਾਡੀ ਲਾਈਫ ਦੇ ਵਿੱਚ ਕੋਈ ਕੰਮ ਕਰਨ ਦਾ ਇਰਾਦਾ ਹੈ, ਇਰਾਦਾ ਬੜੀ ਜ਼ਰੂਰੀ ਚੀਜ਼ ਹੈ। ਕਿਉਂਕਿ ਮੇਰੇ ਫਾਦਰ ਸਾਹਿਬ ਨੇ ਜਦੋਂ ਮੈਂ ਛੋਟੀ ਸਾਂ ਤੇ ਮੈਂ ਸਕੂਲ ਨਹੀਂ ਸੀ ਜਾਂਦੀ। ਅੱਛਾ। ਤੇ ਮੇਰੇ ਮੰਮਾ ਨੇ ਕਹਿਣਾ ਕਿ ਤੁਸੀਂ ਇਹਨੂੰ ਨਹੀਂ ਪੜ੍ਹਨ ਦਿੰਦੇ, ਇਹਨੂੰ ਨਹੀਂ ਪੜ੍ਹਾਉਣਾ, ਤੇ ਲੋਕ ਆਖਣਗੇ ਕਿ ਛੋਟੀ ਨੂੰ ਕਿਉਂ ਨਹੀਂ ਪੜ੍ਹਾਇਆ। ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਇੱਕ ਆਸ਼ੀਰਵਾਦ ਦਿੱਤੀ ਕਿ ਸਭ ਤੋਂ ਵੱਧ ਪੜ੍ਹੇਗੀ। ਕੀ ਬਾਤ ਹੈ। ਮਤਲਬ ਪਿਤਾ ਦਾ ਆਸ਼ੀਰਵਾਦ। ਹਾਂਜੀ ਬਿਲਕੁਲ ਜੀ, ਪਿਤਾ ਦਾ, ਮਾਤਾ ਪਿਤਾ ਦਾ ਆਸ਼ੀਰਵਾਦ। ਔਰ ਅੱਗੋਂ ਮੇਰੀਆਂ 2 ਬੇਟੀਆਂ ਨੇ। ਮੈਂ ਕਦੇ ਵੀ ਮੇਰੇ ਮਨ ਦੇ ਵਿੱਚ ਜਦੋਂ ਦੂਸਰੀ ਬੇਟੀ ਹੋਈ ਉਦੋਂ ਆਇਆ ਫॉर द टाइम बीइंग, ਪਰ ਨਾਓ ਆਈ ਐਮ ਵੈਰੀ ਹੈਪੀ ਕਿ ਮੇਰੀਆਂ 2 ਡਾਟਰਸ ਨੇ। ਔਰ ਉਸ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਮੈਂ ਅਰਦਾਸ ਕਰਨੀ ਆ ਕਿ ਜਿੱਦਾਂ ਮੈਂ ਆਪਣੀ ਜ਼ਿੰਦਗੀ ਔਖੇ ਪੜਾਵਾਂ 'ਚੋਂ ਸੌਖੇ ਪੜਾਵਾਂ ਦੇ ਵਿੱਚੋਂ ਲੰਘ ਕੇ ਇੱਥੋਂ ਤੱਕ ਪਹੁੰਚ ਗਈਆਂ, ਮੇਰੀਆਂ ਬੱਚੀਆਂ ਦੇ ਸਿਰ 'ਤੇ ਵੀ ਵਾਹਿਗੁਰੂ ਇਸੇ ਤਰ੍ਹਾਂ ਹੱਥ ਰੱਖੇ ਤੇ ਉਹ ਗੁਰੂ ਘਰ ਨਾਲ ਤੇ ਆਪਣੀ ਪੜ੍ਹਾਈ ਦੇ ਨਾਲ ਜੁੜੀਆਂ ਰਹਿਣ। ਡਾਕਟਰ ਸਾਹਿਬ, ਜਿਹੜੇ ਜ਼ਿੰਦਗੀ ਦੇ ਤੁਸੀਂ ਔਖੇ ਪੜਾਅ ਦਾ ਜ਼ਿਕਰ ਕੀਤਾ, ਮੈਂ ਸੌਖੇ ਪੜਾਵਾਂ ਵੱਲ ਬਾਅਦ 'ਚ ਆਊਂਗਾ, ਤੇ ਔਖੇ ਪੜਾਅ ਕਿਹੜੇ ਸਨ? ਮੇਰੀ ਜ਼ਿੰਦਗੀ ਦੇ ਔਖੇ ਪੜਾਅ ਸਭ ਤੋਂ ਔਖਾ ਪੜਾਅ ਸੀ ਮੇਰੇ ਵਾਸਤੇ ਡਾਕਟਰ ਸਾਹਿਬ ਜਦੋਂ ਮੇਰੇ ਹਸਬੈਂਡ ਦੀ ਡੈਥ ਹੋਈ। ਤੁਸੀਂ ਬਹੁਤ ਸਿੱਧਕੀ ਹੋ ਔਰ ਪ੍ਰੇਰਨਾ ਸਰੋਤ ਹੋ ਨੌਜਵਾਨ ਵਰਗ ਦੇ ਲਈ, ਲੜਕੇ ਲੜਕੀਆਂ ਲਈ ਔਰ ਨਾਰੀ ਜਗਤ ਦੇ ਲਈ ਵੀ ਬਹੁਤ। ਕਿਉਂਕਿ ਵੀਰ ਜੀ ਮੇਰੇ ਜਦੋਂ ਹਸਬੈਂਡ ਪੂਰੇ ਹੋਏ, ਮੇਰੀ ਬੈਕਗਰਾਉਂਡ ਮੈਨੂੰ ਯਾਦ ਆਈ ਮੇਰੀ ਲਾਈਫ ਦੀ। ਮੇਰੇ ਬ੍ਰਦਰ ਨਹੀਂ ਹੈ,
फादर नहीं है। डॉक्टर साहब बेटा भी नहीं सी। मैं इंटरव्यू थोड़ा इस तो बाद करदा, पहला डॉक्टर साहब ਨੂੰ ਅਸੀਂ ਵੀ ਆਪਣੇ ਵੱਲੋਂ ਦਿਲਾਸਾ ਦਿੰਦੇ ਆ। ਬੇਸ਼ੱਕ ਡਾਕਟਰ ਸਾਹਿਬ ਮੇਰੇ ਤੋਂ ਸ਼ਾਇਦ ਵੱਡੇ ਹੀ ਨੇ ਉਮਰ ਦੇ ਵਿੱਚ, ਲੇਕਿਨ ਸਾਡਾ ਇੱਕ ਫਰਜ਼ ਹੈ, ਹੱਕ ਬਣਦਾ ਸਾਡਾ ਐਂਕਰ ਹੋਣ ਦੇ ਨਾਤੇ। ਮੇਰੇ ਫਿਰ ਜਦੋਂ ਉਹਨਾਂ ਦੀ ਡੈਥ ਹੋਈ ਤੇ ਮੈਨੂੰ ਇਹ ਲੱਗਿਆ ਕਿ ਜ਼ਿੰਦਗੀ ਖੜ ਗਈ ਹੈ। ਕਿਵੇਂ ਮੈਂ ਆਪਣੀਆਂ ਬੱਚੀਆਂ ਨੂੰ ਪਾਲਾਂਗੀ, ਕਿਵੇਂ ਮੈਂ ਜੌਬ ਕਰਾਂਗੀ, ਕੀ ਬਣੇਗਾ। ਇੱਕ ਟਾਈਮ ਐਸਾ ਸੀ ਕਿ ਹਨੇਰਾ ਆ ਗਿਆ ਮੇਰੀ ਲਾਈਫ ਦੇ ਵਿੱਚ। ਬਿਲਕੁਲ ਆਉਂਦਾ ਹੈ। ਪਰ ਫਿਰ ਉਦੋਂ ਮੈਂ ਉੱਥੇ ਹਰਿਆਣੇ ਦੇ ਕਾਲਜ 'ਚ ਜੌਬ ਕਰਦੀ ਸੀ। ਉੱਥੋਂ ਦੇ ਜਿਹੜਾ ਸਟਾਫ ਸੀ ਮੇਰਾ, ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੈਨੂੰ ਡਾਕਟਰਸ ਕੋਲੇ ਵੀ ਲੈ ਕੇ ਗਏ ਕਿਉਂਕਿ ਸਿਹਤ ਵੀ ਨਹੀਂ ਸੀ ਠੀਕ ਰਹੀ। ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਬੜਾ ਹੌਸਲਾ ਦਿੱਤਾ। ਬੇਸ਼ੱਕ ਉਹ ਅਨਐਜੂਕੇਟਡ ਨੇ, ਪਰ ਬਹੁਤ ਅੱਛੇ ਲੋਕ ਨੇ, ਉਹ ਭੋਲੇ ਲੋਕ ਨੇ। ਉਹ ਪਿਆਰ ਤੇ ਸਤਿਕਾਰ ਮੈਨੂੰ ਉਹਨਾਂ ਤੋਂ ਵੀ ਪੂਰਾ ਮਿਲਦਾ ਹੈ। ਹੁਣ ਤੱਕ ਉਹ ਦੇ ਰਹੇ ਨੇ ਤੇ ਬੱਚੀਆਂ ਦੇ ਸਿਰ ਤੇ ਵੀ ਹੱਥ ਰੱਖਦੇ ਨੇ। ਫਿਰ ਮੈਂ ਕਿਉਂਕਿ ਜਿਹੜੇ ਮੈਨੂੰ ਫਿਰ ਇੱਕ ਉੱਠਣ ਦਾ ਮੌਕਾ ਜਿਹਨੇ ਦਿੱਤਾ, ਉਹ ਮੇਰੀ ਜੌਬ ਸੀ। ਤੁਹਾਡੀ ਜੌਬ ਸੀ, ਮਤਲਬ ਇਹ ਜਿਹੜਾ ਸੈਟਬੈਕ ਲੱਗੀ ਪਤੀ ਦਾ ਵਿਛੋੜਾ, ਹਾਂਜੀ, ਜਿੱਦਾਂ ਤੁਸੀਂ ਗਿਰ ਪਏ ਸੀ, ਹੈ ਨਾ, ਉਹ ਤਕਰੀਬਨ ਹਰ ਔਰਤ ਨਾਲ ਐਸਾ ਕੁਛ ਵਾਪਰਦਾ। ਕਿਉਂਕਿ ਇਹ ਜਿਹੜਾ ਸਾਥ ਹੁੰਦਾ ਪਤੀ ਪਤਨੀ ਦਾ, ਤੇ ਜਦੋਂ ਇਹ ਛੁੱਟ ਜਾਵੇ ਤਾਂ ਫਿਰ ਉਹ ਔਰਤ ਹੀ ਜਾਣਦੀ ਹੈ ਨਾ ਉਹਦੇ ਮਨ ਦੇ ਉੱਪਰ ਕੀ। ਬੱਚੇ ਛੋਟੇ ਸੀ, ਸਹਾਰਾ ਕੋਈ ਨਹੀਂ ਸੀ ਹੋਰ। ਵੀਰ ਜੀ, ਇੱਕ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਆਪਣੀ ਲਾਈਫ ਬਾਰੇ। ਮੇਰੀ ਮੈਰਿਜ ਹੋ ਗਈ ਸੀ 1990 ਦੇ ਵਿੱਚ ਕੁਲਵੰਤ ਸਿੰਘ ਕਮਲ ਉਹਨਾਂ ਦੇ ਨਾਲ। ਕੁਲਵੰਤ ਸਿੰਘ ਕਮਲ ਜੀ ਤੁਹਾਡੇ ਹਸਬੈਂਡ ਐਡਵੋਕੇਟ ਸੀ? ਐਡਵੋਕੇਟ ਸਨ ਉਹ, ਪਰ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜੇ ਹੋਏ ਸਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 1978 ਤੋਂ 1978 ਤੋਂ। ਹਾਂਜੀ, ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਟਾਈਮ ਤੋਂ ਸਮੇਂ। ਹਾਂਜੀ, ਸਾਨੂੰ ਵੀ ਦਰਸ਼ਨ ਕਰਨ ਦੇ ਮੌਕਾ ਮਿਲਿਆ ਸੰਤ ਪਿੰਡਰਾਣਿਆਂ ਦਾ, ਭਾਈ ਅਮਰੀਕ ਸਿੰਘ ਉਹਨਾਂ ਨੂੰ। ਤੇ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਸਨ। ਹਰਿਆਣੇ 'ਚ ਪੈਂਦਾ ਸਾਡਾ ਪਿੰਡ, ਹਰਿਆਣੇ 'ਚ। ਹਾਂਜੀ, ਉਹਨਾਂ ਦੇ ਕੇਸ ਹੋਣ ਕਰਕੇ ਉਹ ਨਾ ਮੈਨੂੰ ਆਪਣੇ ਪਿੰਡ ਲੈ ਕੇ ਜਾ ਸਕਦੇ ਸਨ ਤੇ ਨਾ ਮੇਰੇ ਕੋਲ ਆ ਸਕਦੇ ਸਨ। ਇਹ ਮੈਰਿਜ ਤੋਂ ਕਿੰਨੇ ਸਮੇਂ ਬਾਅਦ ਦੀ ਗੱਲ? ਮੈਰਿਜ ਵੇਲੇ ਵੀ ਇਹੀ ਹਾਲਾਤ ਸਨ। ਮੈਂ ਕਰਵਾਈ, ਮੈਂ ਕਿਹਾ ਨਹੀਂ ਮੈਂ ਕਰਵਾਉਣੀ ਹੈ। ਸਿੰਘਾਂ ਨਾਲ ਵੀ ਤੇ ਕਿਸੇ ਨੇ ਮੈਰਿਜ ਕਰਾਉਣੀ ਹੋਈ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ 9 ਸਾਲ ਮੈਂ ਆਪਣੇ ਪੇਰੈਂਟਸ ਦੇ ਘਰ ਰਹੀ ਹਾਂ। 9 ਸਾਲ? ਹਾਂਜੀ, ਮੈਰਿਜ ਤੋਂ ਬਾਅਦ? ਹਾਂਜੀ। ਮੇਰੇ ਸਿਸਟਰ ਉਹਨਾਂ ਨੇ, ਮੇਰੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹਦਾ ਪਤਾ ਨਹੀਂ ਉਹ ਹੈ ਨਹੀਂ ਹੈ, ਤੇ ਤੁਸੀਂ ਰੀਮੈਰਿਜ ਤੇਰੀ ਕਰ ਦਿੰਦੇ ਆ। ਮਤਲਬ ਕੋਈ 9 ਸਾਲਾਂ ਦੇ ਵਿੱਚ ਕੋਈ ਕਦੇ ਨਹੀਂ ਮਿਲੇ? ਮਤਲਬ 9 ਸਾਲ? 9 ਸਾਲ ਕਦੇ ਦਰਸ਼ਨ ਵੀ ਨਹੀਂ ਹੋਏ। ਉਦੋਂ ਮੋਬਾਈਲ ਹੈ ਨਹੀਂ ਸਨ, ਫੋਨ ਹੈ ਨਹੀਂ ਸੀ, ਤੇ ਕਦੇ ਨਹੀਂ ਦਰਸ਼ਨ ਹੋਏ। ਕੰਨ ਵਿੱਚ ਮੈਨੂੰ ਜੌਬ ਮਿਲ ਗਈ। ਉਹ ਕਹਿੰਦੇ ਸਨ ਕਿ ਮੈਨੂੰ ਪਤਾ ਲੱਗ ਗਿਆ ਸੀ ਤੈਨੂੰ ਜੌਬ ਮਿਲ ਗਈ ਹੈ, ਪਰ ਮੈਨੂੰ ਉਹਨਾਂ ਬਾਰੇ ਕੁਝ ਨਹੀਂ ਸੀ ਪਤਾ। ਇਸੇ ਕਰਕੇ ਮੇਰੀ ਉਮਰ ਵੱਧ ਹੈ ਤੇ ਮੇਰੇ ਬੱਚੇ ਜਿਹੜੇ ਨੇ ਉਹ ਛੋਟੇ। ਫਿਰ ਉਹਨਾਂ ਨੇ ਕੇਸ ਕੁਝ ਗੰਗਾ ਸਿੰਘ ਸਨ, ਕੋਈ ਮਿਨਿਸਟਰ ਸਨ ਹਰਿਆਣੇ ਦੇ। ਗੰਗਾ ਸਿੰਘ? ਹਾਂਜੀ, ਉਹਨਾਂ ਕੋਲ ਮੈਨੂੰ ਨਾਲ ਲੈ ਕੇ ਗਏ ਸਨ। ਤੇ ਫਿਰ ਉਹਨਾਂ ਦੇ ਕੇਸ 1-2 ਵਾਪਸ ਹੋਏ। ਉਹ A ਤੋਂ B ਸ਼੍ਰੇਣੀ ਦੇ ਵਿੱਚ ਆਏ। ਫਿਰ ਉਹਨਾਂ ਨੇ ਆਉਣਾ ਹੌਲੀ ਹੌਲੀ ਸ਼ੁਰੂ ਕਰ ਦਿੱਤਾ ਤੇ ਅਸੀਂ ਫਿਰ ਮੈਨੂੰ 1998 ਦੇ ਵਿੱਚ ਉਹ ਪਿੰਡ ਲੈ ਕੇ ਗਏ ਆਪਣੇ। ਉਦੋਂ ਮੈਂ ਪਿੰਡ ਦੇਖਿਆ 98 'ਚ। ਹਾਂਜੀ, ਮਤਲਬ ਕਿੰਨਾ ਲੰਬਾ ਸੰਘਰਸ਼ ਇੱਕ ਪੇਰੈਂਟਸ ਦੇ ਕਰ ਰਹੀ। ਔਰ ਫਿਰ ਮੈਨੂੰ ਜੌਬ ਮਿਲ ਗਈ, ਮੈਂ ਜੌਬ 'ਚ ਬਿਜ਼ੀ ਹੋ ਗਈ। ਫਿਰ 2000 ਦੇ ਵਿੱਚ ਮੇਰੀ ਬੇਟੀ ਹੋਈ ਵੱਡੀ, 2004 ਦੇ ਵਿੱਚ ਛੋਟੀ ਬੇਟੀ ਹੋਈ। ਫਿਰ ਬਸ ਮੇਰੀ ਜ਼ਿੰਦਗੀ ਜਿਹੜੀ ਹੈ, ਮੈਨੂੰ ਲੱਗਦਾ ਹੈ ਕਿ ਥੋੜ੍ਹੀ ਜਿਹੀ ਸੌਖੀ ਹੋ ਗਈ। ਹਸਬੈਂਡ ਵੀ ਸਨ, ਮੇਰੇ ਬੱਚੇ ਹੋ ਗਏ। ਫਿਰ 2012 ਦੇ ਵਿੱਚ ਜਦੋਂ ਇਹ ਦੁਖਾਂਤ ਵਾਪਰਿਆ ਉਹਨਾਂ ਦੀ ਡੈਥ ਦਾ, ਉਦੋਂ ਫਿਰ ਇੱਕ ਵਾਰ ਫਿਰ ਜ਼ਿੰਦਗੀ ਜਿਹੜੀ ਸੀ ਉਹ ਖੜ ਗਈ ਜਾਪੀ ਮੈਨੂੰ। ਪਰ ਫਿਰ ਹੌਲੀ ਹੌਲੀ ਪਰਮਾਤਮਾ ਜਿਹੜਾ ਇਹੋ ਜਿਹੇ ਇੰਸੀਡੈਂਟਸ ਉਹਦੇ ਹੁਕਮ 'ਚ ਹੀ ਹੁੰਦੇ ਨੇ ਸਾਰੇ, ਉਹ ਆਪੇ ਫਿਰ ਸਾਰਾ ਸੈਟਅਪ ਕਰ ਦਿੰਦਾ ਹੈ ਲਾਈਫ ਨੂੰ ਤੁਹਾਡੀ ਨੂੰ। ਤੇ ਹੁਣ ਠੀਕ ਹੈ ਜੀ। ਹੁਣ ਮੇਰੀਆਂ ਬੇਟੀਆਂ, ਵੱਡੀ ਬੇਟੀ ਮੇਰੀ ਆਸਟ੍ਰੇਲੀਆ ਹੈ
BSc मेडिकल साइंस कर रही है, और छोटी जी है वो LLB कर रही है। बहुत अच्छा। नो आई एम सेटिस्फाइड टू सम एक्सटेंट फॉर माई लाइफ। ਭਾਣੇ ਦੇ ਵਿੱਚ ਔਰ ਉਹਦੀ ਰਜ਼ਾ ਦੇ ਵਿੱਚ ਮਤਲਬ ਆਪਣੇ ਆਪ ਨੂੰ ਰੱਖ ਰਹੇ ਹੋ, ਔਰ ਜੋ ਕੁਛ ਵੀ ਜ਼ਿੰਦਗੀ ਦੇ ਵਿੱਚ ਵਾਪਰਿਆ ਜਾਂ ਵਾਪਰ ਰਿਹਾ ਜਾਂ ਵਾਪਰਿਆ ਸੀ ਉਹਨੂੰ ਉਹਦਾ ਹੁਕਮ ਹੀ ਮੰਨਦੇ ਹੋ। ਹਾਂਜੀ, ਉਹਦਾ ਹੁਕਮ, ਕਿਉਂਕਿ ਹੁਕਮ ਦੇ ਅੰਦਰ ਹੀ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ। ਜਿਵੇਂ ਬਹਾਦਰ ਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁੱਛਦੇ ਨੇ, ਮਹਾਰਾਜ ਵੀ ਮੈਂ ਜਦੋਂ ਤੁਹਾਡੇ ਜੀਵਨ ਵੱਲ ਵੇਖਦਾ ਵੀ ਉਮਰ ਕੋਈ ਵੱਡੀ ਨਹੀਂ ਤੁਹਾਡੀ, ਅਤੇ ਤੁਹਾਡਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ 'ਤੇ, ਉਸ ਤੋਂ ਬਾਅਦ ਤੁਸੀਂ ਅਨੰਦਪੁਰ ਸਾਹਿਬ ਆਉਂਦੇ ਹੋ, ਔਰ 9 ਵਰ੍ਹੇ ਦੀ ਤੁਹਾਡੀ ਉਮਰ ਸੀ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਵੀ ਜਿਹੜੀ ਬਾਣੀ ਉਚਾਰਨ ਕੀਤੀ ਹੈ, ਜਬ ਹਮ ਕਰਮ ਧਰਮ ਮੋਹ ਆਏ ਦੇਵ ਲੋਕ ਤਬ ਪਿਤਾ ਸਿਧਾਏ। ਅਤੇ ਉਹ ਕਹਿੰਦਾ ਵੀ ਮਹਾਰਾਜ ਵੀ 9 ਸਾਲ ਦੀ ਉਮਰ 'ਤੇ ਜਦੋਂ ਕੋਈ ਬਾਦਸ਼ਾਹ ਕਿਸੇ ਤਖਤ 'ਤੇ ਬੈਠਦਾ ਤਾਂ ਉਸ ਬਾਦਸ਼ਾਹ ਨੂੰ ਦੁਨੀਆ ਤਰ੍ਹਾਂ ਤਰ੍ਹਾਂ ਦੇ ਨਜ਼ਰਾਨੇ ਦਿੰਦੀ ਹੈ, ਪਰ ਇਹ ਕਲਗੀਆਂ ਵਾਲਿਆ ਤੂੰ ਕਿਹੋ ਜਿਹਾ ਅਨੋਖਾ ਬਾਦਸ਼ਾਹ ਹੈ ਵੀ ਤੁਹਾਨੂੰ ਉਸ ਵਕਤ ਜਦੋਂ ਤੁਸੀਂ ਤਖਤ 'ਤੇ ਬੈਠੇ ਤਾਂ ਤੁਹਾਡੇ ਪਿਤਾ ਦਾ ਹੀ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਲਿਆਏ, ਜੋ ਖੂਨ ਵਿੱਚ ਲੱਥਪੱਥ ਸੀ ਔਰ ਰੁਮਾਲੇ ਸਾਹਿਬ ਦੇ ਨਾਲ ਕਜਿਆ ਹੋਇਆ ਸੀ। ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਦੌਰ ਸੀ ਪਹਾੜੀ ਰਾਜਿਆਂ ਦਾ ਘੇਰਾਬੰਦੀ ਹੋਈ, ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡਿਆ, ਆਨੰਦਗੜ੍ਹ ਦਾ ਕਿਲ੍ਹਾ ਛੱਡਿਆ, ਤੁਹਾਡਾ ਪਰਿਵਾਰ ਸਰਸਾ ਨਦੀ ਦੇ ਵਿਛੜਿਆ, 3 ਹਿੱਸਿਆਂ ਵਿੱਚ ਤੁਹਾਡਾ ਪਰਿਵਾਰ ਵਿਛੜ ਗਿਆ। ਅਤੇ ਉਸ ਤੋਂ ਬਾਅਦ ਮਹਾਰਾਜ ਬਈ ਚਮਕੌਰ ਦੀ ਜੰਗ, ਸਰਹੰਦ ਦੀਆਂ ਨੀਹਾਂ, ਫਿਰ ਮੁਕਤਸਰ ਉੱਚ ਦੇ ਪੀਰ ਬਣ ਕੇ ਗਏ, ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਦਾ ਤੁਸੀਂ ਨਾਮ ਦਿੱਤਾ, ਫਿਰ ਤੁਸੀਂ ਸਾਬੋ ਕੀ ਤਲਵੰਡੀ ਗਏ, ਅਤੇ ਫਿਰ ਤੁਸੀਂ ਬਚਨ ਉਚਾਰਨ ਕੀਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਅਤੇ ਮਹਾਰਾਜ ਹੁਣ ਤੁਸੀਂ ਨੰਦੇੜ ਦੀ ਧਰਤੀ 'ਤੇ, ਅਤੇ ਮੈਨੂੰ ਦੋ ਕੁ ਹਰਫਾਂ ਦੇ ਵਿੱਚ ਆਪਣੇ ਜੀਵਨ ਦਾ ਸਾਰ ਦੱਸੋ। ਤਾਂ ਫਿਰ ਉੱਥੇ ਜੋ ਤੁਸੀਂ ਮਤਲਬ ਗੱਲ ਆਪਾਂ ਹੁਕਮ ਦੀ ਕੀਤੀ ਸੀ ਨਾ, ਰਜ਼ਾ ਦੀ, ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਮੈਂ ਬੁਲੰਦੀ ਸੇ ਗੁਜ਼ਰਾ, ਮੈਂ ਪਸਤੀ ਸੇ ਗੁਜ਼ਰਾ, मैं बुलंदी से गुज़रा मैं पस्ती से गुज़रा पर जिधर से भी गुज़रा बड़ी मस्ती से गुज़रा। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਉਹ ਮਸਤੀ, ਉਹ ਸਰੂਰ ਰਜ਼ਾ ਦਾ, ਭਾਣੇ ਦਾ, ਹੁਕਮ ਦਾ, ਮਤਲਬ ਹੁਕਮ ਦੀ ਸਾਰੀ ਖੇਡ ਜਿਹੜੀ ਹੈ ਵਰਤਦੀ ਹੈ, ਤੁਹਾਡੇ ਜੀਵਨ 'ਚ ਵੀ ਵਰਤੀ, ਹਰ ਇੱਕ ਨਾਲ ਵਰਤਦੀ ਹੈ। ਕੋਈ ਉਸ ਨੂੰ ਭਾਣਾ ਮਿੱਠਾ ਕਰਕੇ ਮੰਨਦਾ ਹੈ ਅਤੇ ਕੋਈ ਗਿਲੇ ਸ਼ਿਕਵਿਆਂ ਨਾਲ ਦੁਨੀਆ ਭਰ ਜਾਂਦੀ ਹੈ, ਪਰ ਜਿਹੜਾ ਤੁਹਾਡਾ ਵਜੂਦ ਹੈ, ਤੁਹਾਡਾ ਚਿਹਰਾ ਦੱਸ ਰਿਹਾ ਵੀ ਤੁਸੀਂ ਹਰ ਉਸ ਰੱਬੀ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਔਰ ਬਹੁਤ ਸਟਰੋਂਗ ਕੀਤਾ ਆਪਣੇ ਆਪ ਨੂੰ, ਜੋ ਵੀ ਭਾਣਾ ਵਰਤਿਆ। ਪਰਮਜੀਤ ਵੀਰ ਜੀ, ਮੈਂ ਆਪਣੇ ਅਕੈਡਮਿਕ ਜਿਹੜਾ ਮੇਰੀ ਲਾਈਫ ਦਾ ਪੀਰੀਅਡ ਹੈ, ਉਹਦੇ ਵਿੱਚ ਮੈਂ 2 ਵਾਰ ਐਜ਼ ਏ ਪ੍ਰਿੰਸੀਪਲ ਜੋਬ ਕੀਤੀ ਹੈ, ਹਰਿਆਣੇ ਦੇ ਵਿੱਚ, ਅਤੇ ਇੱਕ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਆਕੜ ਕਾਲਜ ਦੇ ਵਿੱਚ। ਆਕੜ ਕਾਲਜ, ਹਾਂਜੀ। ਤਕਰੀਬਨ 7 ਕੁ ਸਾਲ ਦਾ ਮੇਰੇ ਪ੍ਰਿੰਸੀਪਲਸ਼ਿਪ ਦਾ ਪੀਰੀਅਡ ਹੈ, ਔਰ 5 ਮੈਂ ਕਿਤਾਬਾਂ ਲਿਖੀਆਂ ਨੇ ਜੀ। 5? ਹਾਂਜੀ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਪੁਸਤਕਾਂ ਲਿਖੀਆਂ ਉਹਨਾਂ ਦੇ ਨਾਮ ਕੀ ਨੇ ਔਰ ਕਾਹਦੇ 'ਤੇ ਲਿਖੀਆਂ ਉਹ? ਉਹਨਾਂ ਦੇ ਨਾਮ ਨੇ ਜੀ, 2 ਕਹਾਣੀਆਂ ਦੀ ਕਿਤਾਬ ਹੈ, ਇੱਕ ਹਰਜੀਤ ਕੌਰ ਬਾਜਵਾ ਦੀ, ਉਹ ਮੈਂ ਐਡਿਟ ਕੀਤੀ ਹੈ, ਔਰ ਇੱਕ ਮੇਰੀ ਕਿਤਾਬ ਆਪਣੀ ਹੈ ਸੁਖਮਨੀ ਸਾਹਿਬ ਵਿੱਚ ਸਚਿਆਰ ਮਨੁੱਖ ਦਾ ਸੰਕਲਪ। ਸੁਖਮਨੀ ਸਾਹਿਬ ਵਿੱਚ ਸਚਿਆਰ ਮਨੁੱਖ ਦਾ ਸੰਕਲਪ, ਹਾਂਜੀ। ਔਰ ਬਾਕੀ 3 ਜਿਹੜੀਆਂ ਹੋਰ? ਹਾਂਜੀ, ਇੱਕ ਨਾਵਲ ਤੇ ਉਪ ਸੱਭਿਆਚਾਰ ਕਿਤਾਬ ਹੈ ਮੇਰੀ। 5 ਕਿਤਾਬਾਂ ਤਕਰੀਬਨ ਮੈਂ ਲਿਖੀਆਂ ਨੇ ਜੀ। ਇੱਕ ਜਿਹੜਾ ਹੈ ਮਾਲਵੇ ਦੇ ਲੋਕ ਗੀਤ। ਵਾਹ। ਹਾਂਜੀ। ਇੱਕ ਕਿਤਾਬ ਮੈਂ ਲਿਖ ਰਹੀ ਹਾਂ ਮਾਝੇ ਦੇ ਲੋਕ ਗੀਤਾਂ ਵਿੱਚ ਔਰਤ ਦੀ ਵੇਦਨਾ। ਮਾਝੇ ਦੇ ਲੋਕ ਗੀਤਾਂ ਵਿੱਚ ਔਰਤ ਦੀ ਵੇਦਨਾ। ਹਾਂਜੀ। ਅਤੇ ਉਸ ਔਰਤ ਦਾ ਦਰਦ, ਔਰਤ ਦੀ ਵੇਦਨਾ ਵਿਚਾਰੀ ਗੀਤਾਂ ਨਹੀਂ ਪੇਸ਼ ਕਰਦੀ ਸੀ। ਜਦੋਂ ਕਿਉਂਕਿ ਹਸਬੈਂਡ ਸਖਤ ਹੁੰਦੇ ਸਨ, ਸਿੱਧੀ ਗੱਲ ਤੇ ਵਿਚਾਰੀ ਕਰ ਨਹੀਂ ਸੀ ਸਕਦੀ। ਕਦੇ ਮੂਡ ਠੀਕ ਹੁੰਦਾ ਤੇ ਫਿਰ ਉਹ ਗੀਤਾਂ ਨਹੀਂ ਆਪਣੇ ਗਿਲੇ ਸ਼ਿਕਵੇ, ਆਪਣੀ ਦਰਦ ਨੂੰ
ਆਪਣੀ ਸੱਸ ਨੂੰ ਜਾਂ ਆਪਣੇ ਹਸਬੈਂਡ ਨੂੰ ਦੱਸਦੀ ਸੀ। ਉਹ ਮਤਲਬ ਕਿਸ ਤਰ੍ਹਾਂ ਉਹਦੀਆਂ ਕੁਝ ਸਤਰਾਂ, ਉਹ ਦਰਦ, ਉਹ ਵੇਦਨਾ ਕਿੱਦਾਂ ਪ੍ਰਗਟ ਕਰਦੀ ਸੀ ਔਰਤ? ਇੱਕ ਦੋ ਲਾਈਨਾਂ ਜਿਹੜੀਆਂ ਮੈਂ ਆਪਣੇ ਮਦਰ ਤੋਂ ਸੁਣੀਆਂ ਉਹ ਮੈਂ ਤੁਹਾਨੂੰ ਦੱਸਣੀ ਆ। ਆਹੋ ਬਾਗਲਵਾਨੀਆਂ ਵਿੱਚ ਆੜੂ ਮੇਰਾ ਤੇ ਮਾਹੀ ਜੇ ਪੀਂਦਾ ਦਾਰੂ ਛੋੜ ਸ਼ਰਾਬੀਆ ਲਾੜ ਮੇਰਾ ਮੈਂ ਨਹੀਂ ਸਾਂ ਜਾਣਦੀ ਘਰ ਤੇਰਾ ਮਾਪਿਆਂ ਨਾ ਡਿਠੜਾ ਵਾਰ ਮੇਰਾ ਨੈਣਾ ਦੇ ਮਾਂਬਲੇ ਘੇਰੀਆਂ ਮੈਂ। ਨੈਣਾ ਦੇ ਮਾਮਲੇ ਘੇਰੀਆਂ ਮੈਂ। ਲਵ ਮੈਰਿਜ। ਤੇ ਮੇਰੇ ਮਦਰ ਮੈਨੂੰ ਆਂਦੇ ਹੁੰਦੇ ਸਨ ਕਿ ਤੇਰਾ ਗੀਤ ਹੈ, ਕਿਉਂਕਿ ਤੇਰੇ ਸਹੁਰੇ ਪਰਿਵਾਰ ਨੂੰ ਅਸੀਂ ਵੇਖਿਆ ਨਹੀਂ। ਯੂਨੀਵਰਸਿਟੀ ਪੜ੍ਹਦੇ ਸਨ ਉਹ ਵੀ, ਮੇਰੇ ਹਸਬੈਂਡ ਵੀ। ਤੇ ਇਦਾਂ ਦੇ ਗੀਤ ਮੈਂ ਇਕੱਠੇ ਕਰ ਰਹੀ ਹਾਂ, ਕੁਝ ਮਦਰ ਤੋਂ, ਕੁਝ ਲੋਕਾਂ ਤੋਂ। ਉਹਦੇ ਵਿੱਚ ਮੈਂ ਟਰਾਈ ਕਰ ਰਹੀ ਹਾਂ ਕਿ ਮੈਂ ਇੱਕ ਕਿਤਾਬ ਲਿਖ ਸਕਾਂ ਮਾਝੇ ਦੇ ਲੋਕ ਗੀਤਾਂ। ਮਾਝੇ ਦੇ ਲੋਕ ਗੀਤ, ਔਰਤ ਦੀ ਵੇਦਨਾ। ਡਾਕਟਰ ਸਾਹਿਬ, ਔਰਤ ਜਗਤ ਲਈ, ਨਾਰੀ ਜਗਤ ਲਈ, ਕਿਉਂਕਿ ਬੱਚੇ ਬੱਚੀਆਂ ਨੂੰ ਤਾਂ ਤੁਸੀਂ ਸੰਦੇਸ਼ ਦਿੱਤਾ, ਜਿਹੜੀ ਨਾਰੀ ਹੈ, ਔਰਤ ਹੈ, ਨਾਰੀ ਜਗਤ ਦੇ ਲਈ ਕੀ ਕਹਿਣਾ ਚਾਹੋਗੇ? ਜਿਹੜੀ ਨਾਰੀ ਦੀ ਇਸ ਵਕਤ ਜੋ ਮਹਿਸੂਸ ਕਰਦੇ ਹੋ ਤੁਸੀਂ ਦਸ਼ਾ ਅਜੋਕੇ ਦੌਰ ਦੇ ਅੰਦਰ, ਕਿਸ ਤਰ੍ਹਾਂ ਦੀ ਹੈ? ਪਤਾ ਨਹੀਂ, ਮੇਰੀ ਗੱਲ ਸੁਣ ਕੇ ਬਹੁਤੇ ਤਾਂ ਮੇਰੇ ਸਰੋਤਾਗਣ ਮੇਰੇ ਨਾਲ ਨਾਰਾਜ਼ ਹੀ ਹੋਣਗੇ, ਕਿਉਂਕਿ ਸੱਚ ਬੋਲਣ ਤੇ ਹੁੰਦੀ ਹੈ ਨਾਰਾਜ਼ਗੀ। ਬੱਚੇ ਵੀ ਹੁੰਦੇ ਨੇ, ਰਿਲੇਟਿਵਸ ਵੀ ਹੁੰਦੇ ਨੇ, ਸੱਚ ਚੁਭਦਾ ਹੈ, ਟੀਵੀ ਵਾਲੇ ਵੀ ਹੁੰਦੇ ਨੇ, SGPC ਵਾਲੇ ਵੀ ਹੁੰਦੇ ਨੇ, ਪਰ ਤੁਸੀਂ ਸੱਚ ਬੋਲੋ। ਮੈਂ ਸੱਚ ਬੋਲਾਂਗੀ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਮਹਿਸੂਸ ਕਰਦੀ ਹਾਂ ਮੈਂ ਉਹੀ ਗੱਲਾਂ ਕਰਦੀ, ਪਰਸਨਲੀ ਜੋ ਮੈਂ ਮਹਿਸੂਸ। ਬਿਲਕੁਲ ਹੰਡਾਇਆ ਸਭ ਕੁਝ। ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਅੱਜ ਦੁੱਖ ਹੈ ਮੈਨੂੰ, ਉਹ ਮੈਨੂੰ ਔਰਤ ਜਾਤ ਦੇ ਪਤਿਤ ਪੁਣੇ ਤੇ ਹੈ ਜੀ। ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ, ਪਰ ਮੈਂ ਕੰਨ ਵੀ ਨਹੀਂ ਬਣਾਈ। ਬਿਲਕੁਲ ਮੈਂ ਕੋਈ ਰੋਮਾ ਦੀ ਬੇਅਦਬੀ ਨਹੀਂ ਕੀਤੀ, ਉਹਦੇ ਤੋਂ ਡਰ ਕੇ ਕਹਿੰਦੀ। ਬਿਲਕੁਲ ਔਰ ਅੱਜ ਦੀ ਜਿਹੜੀ, ਮੈਂ ਸਵੇਰੇ ਵੀ ਆਪਣੇ ਸਿਸਟਰ ਨਾਲ ਵੀ ਗੱਲ ਕਰ ਰਹੀ ਸੀ ਕਿ ਪਹਿਲਾਂ ਲੜਕੀਆਂ ਦੇ ਵਿਆਹ ਤੇ ਲੜਕੀਆਂ ਦੀਆਂ ਮਾਵਾਂ ਤਿਆਰ ਨਹੀਂ ਸੀ ਹੁੰਦੀਆਂ। ਬਿਲਕੁਲ। ਹੁਣ ਜਦੋਂ ਲੜਕੀ ਦੀ ਮੈਰਿਜ ਹੈ, ਠੀਕ ਹੈ, ਸਾਡੇ ਬੱਚੇ ਬੱਚੀਆਂ ਬਰਾਬਰ ਨੇ, ਹੋਣੇ ਚਾਹੀਦੇ ਹੈ। ਕਿਹੜਾ ਫੀਲਡ ਹੈ ਜਿਹਦੇ ਵਿੱਚ ਲੜਕੀ ਨਹੀਂ ਅੱਗੇ ਗਈ? ਤੇ ਜੇ ਅਸੀਂ ਅੱਜ ਵੀ ਕਹੀਏ ਕਿ ਤੂੰ ਨੀਵੀਂ ਪਾ ਕੇ ਤੁਰਨਾ ਹੈ, ਤੂੰ ਸਿਰ ਤੇ ਢੱਕ ਕੇ ਤੁਰਨਾ ਹੈ, ਤੂੰ ਇੱਥੇ ਇੱਧਰ ਉੱਧਰ ਨਹੀਂ ਦੇਖਣਾ, ਤੇ ਡਿਵੈਲਪਮੈਂਟ ਰੁਕ ਜਾਏਗੀ, ਬੱਚੀਆਂ ਦੀ ਰੁਕ ਜਾਏਗੀ ਜੀ। ਬਿਲਕੁਲ। ਪਰ ਉਮਰ ਦੇ ਹਿਸਾਬ ਦੇ ਨਾਲ ਇਹ ਮੇਰੀ ਬੇਨਤੀ ਆਪਣੀਆਂ ਭੈਣਾਂ ਨੂੰ ਕਿ ਉਹਨਾਂ ਨੂੰ ਆਪਣਾ ਜਿਹੜਾ ਪਤਿਤ ਪੁਣੇ ਵੱਲੋਂ ਅਸੀਂ ਚੱਲ ਪਏ ਹਾਂ ਕਿ ਅਸੀਂ ਆਪਣੇ ਵਾਲ ਕਟਾ ਕੇ ਜਿੱਥੇ ਸਾਡੀਆਂ ਬੱਚੀਆਂ ਰਬੜਾਂ ਪਾਉਂਦੀਆਂ ਇੱਕ ਪੋਨੀ ਬਣਾਉਂਦੀਆਂ, ਉੱਥੇ ਅਸੀਂ ਵੀ ਬਣਾਉਂਦੇ ਹਾਂ। ਕਿਉਂਕਿ ਜੇ ਮਾਂ ਫੈਸ਼ਨੇਬਲ ਹੈ ਤੇ ਬੱਚੀ ਨੂੰ ਉਹ ਕਹਿ ਨਹੀਂ ਸਕਦੀ, ਬੱਚੀ ਹੋਏਗੀ ਫੈਸ਼ਨੇਬਲ ਪਰ ਉਹਨੂੰ ਕਹਿ ਨਹੀਂ ਸਕਦੀ ਮਾਂ। ਬਿਲਕੁਲ। ਇਹ ਜ਼ਰੂਰ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਆਪਣੀਆਂ ਭੈਣਾਂ ਦੇ ਚਰਨਾਂ 'ਚ। ਦੂਜੀ ਬੇਨਤੀ ਇਹ ਹੈ ਕਿ ਜਦੋਂ ਵੀ ਸਾਡੇ ਘਰ ਬੱਚੀ ਪੈਦਾ ਹੁੰਦੀ ਹੈ, ਬੇਸ਼ੱਕ ਉਹ ਮੇਰਾ ਸਮਾਂ ਸੀ, ਬੇਸ਼ੱਕ ਉਹ ਅੱਜ ਦਾ ਸਮਾਂ, ਤੇ ਸਾਨੂੰ ਅਫਸੋਸ ਜ਼ਾਹਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡੇ ਪੁੱਤਰ ਜਿਹੜੇ ਨੇ ਉਹ ਕਿਹੜੇ ਪਾਸੇ ਚੱਲ ਪਏ ਨੇ ਆਪਾਂ ਸਾਰਿਆਂ ਨੂੰ ਪਤਾ ਹੈ ਜੀ। ਬਿਲਕੁਲ। ਅਸੀਂ ਆਪਣੀਆਂ ਬੱਚੀਆਂ ਦੇ ਜੰਮਣ ਤੇ ਖੁਸ਼ੀ ਮਨਾਈਏ, ਅਸੀਂ ਆਪਣੀਆਂ ਬੱਚੀਆਂ ਦੇ ਜੰਮਣ ਤੇ ਉਹਨਾਂ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਪਰਵਰਿਸ਼ ਕਰੀਏ। ਔਰ ਸਭ ਤੋਂ ਜ਼ਰੂਰੀ ਗੱਲ
ਕਿ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ ਅਸੀਂ ਉਹਨਾਂ ਨੂੰ ਉਹਨਾਂ ਦੀ ਸਵੈ ਰੱਖਿਆ ਵਾਸਤੇ ਗੱਤਕਾ ਜਾਂ ਜੂਡੋ ਕਰਾਟੇ ਵਰਗੀ ਗੇਮ ਜਿਹੜੀ ਹੈ ਉਹਨਾਂ ਨੂੰ ਜ਼ਰੂਰ ਸਿਖਾਈ ਜਾਏ, ਤਾਂ ਕਿ ਉਹ ਸੈਲਫ ਡਿਫੈਂਸ ਆਪਣੀ ਕਰ ਸਕਣ, ਡਿਫੈਂਸ ਕਰ ਸਕਣ ਔਰ ਆਪਣੀਆਂ ਬੱਚੀਆਂ ਨੂੰ ਗੁਰੂ ਘਰ ਦੇ ਨਾਲ ਜੁੜਨ ਵਾਸਤੇ ਜ਼ਰੂਰ ਪ੍ਰੇਰਨਾ ਦੇਣੀ ਚਾਹੀਦੀ ਹੈ। ਹੁਣ ਉਹ ਦਿਨ ਆ ਰਹੇ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਜਿਨ੍ਹਾਂ ਦੇ ਚਰਨਾਂ 'ਚ ਮੈਂ ਬਹੁਤ ਲੰਮਾ ਸਮਾਂ ਜੌਬ ਕੀਤੀ ਹੈ। ਮਾਤਾ ਗੁਜਰੀ ਜੀ, ਉਹਨਾਂ ਤੋਂ ਉਹਨਾਂ ਦੀਆਂ ਕਹਾਣੀਆਂ ਬੱਚੀਆਂ ਨੂੰ, ਕਿਉਂਕਿ ਮੈਂ ਵੀਰ ਜੀ ਦੇਖਿਆ ਕਿ ਜਦੋਂ ਸਭਾ ਹੁੰਦੀ ਹੈ ਆਪਾਂ ਉਹਨੂੰ ਸ਼ੋਕ ਸਭਾ ਕਹਿੰਦੇ ਆ, ਉੱਥੇ ਉਸ ਇਲਾਕੇ 'ਚ ਸਭਾ ਬੋਲਦੇ ਨੇ, ਸਭਾ ਬੋਲਦੇ ਹਾਂ, ਸ਼ਹੀਦੀ ਜੋੜ ਮੇਲ ਜਾਂ ਸ਼ਹੀਦੀ ਸ਼ੋਕ ਸਭਾ। ਉੱਥੇ ਜਦੋਂ ਤੁਹਾਡੇ ਵਰਗੇ ਵੀਰ ਸੰਗਤ ਤੋਂ ਪੁੱਛਦੇ ਨੇ ਮਾਈਕ ਲੈ ਕੇ, ਜਿਹੜੀ ਮੈਨੂੰ ਪਿੰਚ ਕਰਦੀ ਹੈ ਇਹ ਗੱਲ ਕਿ ਹਾਂਜੀ ਕੀ ਕਰਨਾ ਹੈ ਉਹ, ਤਾਂ ਬਹੁਤ ਇਹ ਤਾਂ ਹੱਸ ਕੇ ਪਰਾਂ ਮੂੰਹ ਕਰ ਲੈਣਗੇ। ਹਾਂ ਬਿਲਕੁਲ ਇਸ ਤਰ੍ਹਾਂ ਹੁੰਦਾ, ਫੀਲ ਹੁੰਦਾ ਹੈ। ਔਰ ਕਈ ਕਹਿ ਦੇਣਗੇ ਮੱਥਾ ਟੇਕਣ ਆਏ ਸੀ। ਅੱਛਾ, ਕਿਹਨੂੰ ਮੱਥਾ ਟੇਕਣ ਆਏ ਸੀ ਜੀ? ਦੇ ਡੋਂਟ ਨੋ। ਕਿਸੇ ਮਤਲਬ ਜੇ ਕੋਈ ਸੰਗਤ ਦੇ ਵਿੱਚ ਸਾਡੀ ਉਮਰ ਦਾ, ਸਾਡੇ ਤੋਂ 10-20 ਸਾਲ ਘੱਟ ਉਮਰ ਦੇ ਨੂੰ ਪੁੱਛ ਲਓ ਕਿ ਇੱਥੋਂ ਦੀ ਹਿਸਟਰੀ ਕੀ ਹੈ ਜੀ, ਉਹਨਾਂ ਨੂੰ ਨਹੀਂ ਪਤਾ ਬਿਲਕੁਲ। ਇਹ ਜ਼ਰੂਰ, ਕਿਉਂਕਿ ਮਾਤਾ ਗੁਜਰੀ ਜੀ ਦੀ ਸਿੱਖਿਆ ਸੀ ਬਿਲਕੁਲ 7 ਸਾਲ ਤੇ 9 ਸਾਲ ਦੇ ਬੱਚਿਆਂ, ਬਿਲਕੁਲ ਕੋਈ ਸ਼ੱਕ ਨਹੀਂ। ਉਹਨਾਂ ਦੀ ਸਿੱਖਿਆ ਕਰਕੇ ਉਹ ਮੌਤ ਤੋਂ ਨਹੀਂ ਘਬਰਾਏ, ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ। ਬਿਲਕੁਲ। ਔਰ ਸਾਨੂੰ ਵੀ, ਸਾਡੇ ਵੀ ਪ੍ਰੇਰਨਾ ਸਰੋਤ ਨੇ ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਭਾਗੋ ਜੀ। ਅਸੀਂ ਉਹਨਾਂ ਦੀ ਔਲਾਦ ਹਾਂ, ਉਹਨਾਂ ਦੀਆਂ ਬੱਚੀਆਂ ਵਾਂ, ਉਹਨਾਂ ਦੀਆਂ ਵਾਰਿਸ ਹਾਂ। ਸਾਨੂੰ ਥੋੜ੍ਹਾ ਜਿਹਾ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਆਪ ਵੀ ਗੁਰੂ ਘਰ ਦਾ ਇਤਿਹਾਸ ਪੜ੍ਹੋ ਔਰ ਆਪਣੇ ਆਪ 'ਤੇ ਮਾਣ ਮਹਿਸੂਸ ਕਰੋ ਕਿ ਤੁਸੀਂ ਆਪਾਂ ਸਿੱਖ ਹਾਂ। ਸਾਡਾ ਤਾਂ ਇਤਿਹਾਸ ਹੀ ਵੱਖਰਾ ਦੁਨੀਆ ਤੋਂ। ਬਿਲਕੁਲ ਬਿਲਕੁਲ ਨਿਰਾਲਾ ਜੀ, ਬਿਲਕੁਲ। ਤੇ ਇਹ ਸਿੱਖਿਆ ਜਿਹੜੀ ਹੈ ਆਪਣੀਆਂ ਬੱਚੀਆਂ ਨੂੰ, ਆਪਣੇ ਬੱਚਿਆਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਜਿਹੜੇ ਸਾਡੇ ਬੱਚੇ ਅੱਜ ਕੋਈ 2-4% ਪੰਜਾਬ ਦੇ ਨੌਜਵਾਨ ਨਸ਼ੇ ਵੱਲ ਤੁਰ ਪਏ ਨੇ, ਪਤਿਤ ਪੁਣੇ ਵੱਲ ਤੁਰ ਪਏ ਨੇ, ਉਹ ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਵਾਲੇ ਕਹਿੰਦੇ ਹੁੰਦੇ ਨੇ ਕਿ ਇਹਨਾਂ 'ਤੇ ਆਪੇ ਗੁਰੂ ਨੇ ਕਿਰਪਾ ਕਰ ਦੇਣੀ ਹੈ। ਅਤੇ ਉਹਨਾਂ 'ਤੇ ਮਹਾਰਾਜ ਕਿਰਪਾ ਕਰਨ, ਅਤੇ ਸਾਡੀਆਂ ਅਸੀਂ ਜਿਹੜੀਆਂ ਮਾਵਾਂ ਵਾਂ, ਅਸੀਂ ਆਪਣਾ ਰੋਲ ਜ਼ਰੂਰ ਅਦਾ ਕਰੀਏ। ਟੀਚਰਸ ਵੀ ਆਪਣਾ ਰੋਲ ਅਦਾ ਕਰਨ। ਟੀਚਰਸ ਦੇ ਕਹਿਣ 'ਤੇ ਮੈਂ ਇਸ ਗੱਲ ਤੋਂ ਬੜੀ, ਕਾਲਜ ਦੇ ਵਿੱਚ ਮੈਨੂੰ ਬੱਚੇ ਯਾਦ ਕਰਦੇ ਨੇ ਕਿ ਮੈਡਮ ਮਿਲਣਗੇ ਅਤੇ 2 ਘੜੀ ਖੜ੍ਹ ਕੇ ਪਹਿਲਾਂ ਸਿੱਖੀ ਦੀ ਗੱਲ ਕਰਨਗੇ, ਫਿਰ ਰਿਕੁਐਸਟ ਵਰਡ ਯੂਜ਼ ਕਰਨੀ ਆ ਮੈਂ ਆਪਣੇ ਸਟੂਡੈਂਟਸ ਵਾਸਤੇ ਕਿ ਦਸਤਾਰ ਸਜਾਇਆ ਕਰੋ। ਕੀ ਬਾਤ ਹੈ, ਬਹੁਤ ਅੱਛਾ। ਮੈਂ ਕਹਿੰਦੀ ਵੀਰ ਬਹੁਤ ਕਿਰਪਾ ਦਾਤੇ ਦੀ। ਔਰ ਬੱਚਿਆਂ ਦੇ, ਮੈਂ ਇਹ ਨਹੀਂ ਕਹਿੰਦੀ ਕਿ ਸਾਰਿਆਂ ਨੇ ਮੰਨਿਆ, ਪਰ 2%, ਜੇ 2% ਬੱਚਿਆਂ ਨੇ ਮੇਰੀ ਗੱਲ ਮੰਨੀ ਹੈ ਤੇ ਉਹ ਮੇਰੀ ਅਚੀਵਮੈਂਟ ਹੈ ਲਾਈਫ ਦੀ। ਬਿਲਕੁਲ, ਬਹੁਤ ਅੱਛਾ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਪੜ੍ਹਾਉਂਦੇ ਹੋ ਔਰ ਪ੍ਰਿੰਸੀਪਲ ਦੀ ਸੇਵਾ ਵੀ ਨਿਭਾਈ ਹੈ ਤੁਸੀਂ 6 ਸਾਲ, ਹੈ ਨਾ, 2 ਜਗ੍ਹਾ 'ਤੇ, ਔਰ ਹੁਣ ਪ੍ਰੋਫੈਸਰ ਹੋ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ। ਡਾਕਟਰ ਸਾਹਿਬ, ਕੀ ਫਰਕ ਹੈ ਪੁਰਾਤਨ ਜਿਹੜਾ ਸਮਾਂ ਸੀ ਔਰ ਜਿਹੜਾ ਹੁਣ ਅਜੋਕਾ ਦੌਰ ਹੈ, ਉਸਤਾਦ ਅਤੇ ਸ਼ਾਗਿਰਦ, ਵਿਦਿਆਰਥੀ ਦਾ ਅਤੇ ਅਧਿਆਪਕ ਦਾ ਜਿਹੜਾ ਸੰਬੰਧ ਸੀ ਪੁਰਾਤਨ ਸਮਿਆਂ ਵਿੱਚ ਅਤੇ ਅਜੋਕੇ ਸਮੇਂ ਵਿੱਚ, ਡਿਫਰੈਂਸ ਕੀ ਹੈ ਦੋਨਾਂ 'ਚ? ਪਹਿਲਾ ਜਿਹੜਾ ਡਿਫਰੈਂਸ ਆਇਆ ਉਹ ਆਇਆ ਸਤਿਕਾਰ। ਪਹਿਲਾ ਡਿਫਰੈਂਸ ਸਤਿਕਾਰ। ਹਾਂਜੀ, ਜਿੱਦਾਂ ਅਸੀਂ ਸਤਿਕਾਰ ਕਰਦੇ ਸੀ ਆਪਣੇ ਅਧਿਆਪਕ ਸਾਹਿਬਾਨ ਦਾ, ਜਿੱਦਾਂ ਅਸੀਂ ਡਰਦੇ ਸੀ ਆਪਣੇ ਅਧਿਆਪਕ ਸਾਹਿਬਾਨ ਤੋਂ, ਉੱਦਾਂ ਅੱਜ ਦਾ ਬੱਚਾ ਨਹੀਂ ਕਰਦਾ। ਨਹੀਂ ਡਰਦੇ। ਉਹ ਆਪਣੇ ਪੇਰੈਂਟਸ ਤੋਂ ਵੀ ਨਹੀਂ ਡਰਦੇ, ਸਾਡੇ ਤੋਂ ਵੀ ਨਹੀਂ ਡਰਦੇ। ਪਰ ਔਰ ਇਹਦਾ ਕਾਰਨ ਹੈ ਮੋਬਾਈਲ। ਹਾਂਜੀ, ਮੈਂ ਜੋ ਸਮਝਦੀ ਹਾਂ, ਮੇਰੀ ਜੋ ਬੁੱਧੀ ਕਹਿੰਦੀ ਹੈ। ਔਰ ਜਦੋਂ ਅਸੀਂ ਕਾਲਜ, ਕਿਉਂਕਿ ਬੜਾ ਲੰਮਾ ਸਮਾਂ ਟੀਚਿੰਗ ਦੇ ਵਿੱਚ ਹੋ ਗਿਆ ਹੈ, ਜਦੋਂ ਅਸੀਂ ਟੀਚਰਸ ਬੈਠਦੇ ਹਾਂ, 10-15 ਟੀਚਰਸ ਬੈਠਦੇ ਹਾਂ, ਅਤੇ ਉਹਦੇ ਵਿੱਚ ਜਦੋਂ ਸਟੂਡੈਂਟਸ ਦੀ ਅਸੀਂ ਗੱਲ ਕਰਦੇ ਹਾਂ, ਅਤੇ ਸਾਡੇ ਵਿੱਚੋਂ ਵੀ 50-60% ਸਟੂਡੈਂਟਸ ਟੀਚਰਸ ਦਾ ਇਹ ਹੁੰਦਾ ਕਿ ਛੱਡੋ ਜੀ, ਕੀ ਇਹਨਾਂ 'ਤੇ ਮਗਜ ਖਪਾਈ ਕਰਨੀ ਹੈ। ਇਹ ਵਰਡਿੰਗ ਅਸੀਂ ਯੂਜ਼ ਕਰਨੇ ਆ ਆਪਣੇ ਸਟੂਡੈਂਟਸ ਵਾਸਤੇ। ਸਟੇਜਾਂ 'ਤੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਡੇ ਬੱਚੇ ਹੋ,
ਪਰ ਬੱਚਿਆਂ ਵਾਸਤੇ ਮਾਂ ਔਰ ਫਾਦਰ ਦੋਨੋਂ ਸਾਰੀ ਉਮਰ ਮਗਜ ਖਪਾਈ ਕਰਦੇ ਹੈ। ਬਿਲਕੁਲ ਬਿਲकुल। ਉੱਥੇ ਸਾਡਾ ਜਦੋਂ ਇਹ ਐਟੀਟਿਊਡ ਹੁੰਦਾ ਹੈ ਤਾਂ ਬਹੁਤ ਇਸ ਗੱਲ ਤੇ ਅਫਸੋਸ ਹੁੰਦਾ ਹੈ ਕਿ ਕੋਈ ਗੱਲ ਨਹੀਂ, ਤੁਸੀਂ ਆਪਾਂ ਕਹਿੰਦੇ ਰਹੋ, ਜ਼ਰੂਰ ਅਸਰ ਹੋਏਗਾ। ਬਿਲਕੁਲ ਬਿਲकुल। ਜੇ 80 ਦੀ 60 ਦੀ ਕਲਾਸ ਅਸੀਂ ਪੜ੍ਹਾ ਰਹੇ ਹਾਂ, ਰੋਜ਼ 5 ਮਿੰਟ ਆਪਣਾ ਸਿਲੇਬਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਤਜਰਬਾ ਕੀਤਾ ਹੈ ਜੀ BA ਫਾਈਨਲ ਦੇ ਸਟੂਡੈਂਟਸ ਤੋਂ। ਮੈਂ ਬੱਚਿਆਂ ਨੂੰ ਕਿਹਾ ਕਿ 10 ਗੁਰੂ ਸਾਹਿਬਾਨ ਦੇ ਨਾਮ ਦੱਸੋ। ਇੱਕ ਦੋ ਬੱਚੇ ਨੇ ਦੱਸੇ, ਇੱਕ ਗੁਰਸਿੱਖ ਬੱਚਾ ਸੀ ਉਹਨੇ 5 ਪਿਆਰਿਆਂ ਦੇ ਵੀ ਦੱਸ ਦਿੱਤੇ, ਦੂਸਰੇ ਬੱਚਿਆਂ ਨੂੰ ਨਹੀਂ ਸੀ ਪਤਾ। ਮੈਂ ਉਹਨਾਂ ਨੂੰ 4 ਗੁਰੂ ਸਾਹਿਬਾਨ ਦੇ ਇੱਕ ਦਿਨ, 4 ਦੇ ਇੱਕ ਦਿਨ ਤੇ 2 ਇੱਕ ਦਿਨ ਕਰਵਾ ਕੇ ਮੈਂ ਕਿਹਾ ਅਗਲੇ ਹਫਤੇ ਮੈਂ ਸੁਣਾਂਗੀ ਜੀ। ਨਾਲ ਹੀ ਦੂਜਾ ਕੰਮ ਦੇ ਦਿੱਤਾ ਕਿ ਇਹ ਨਾ ਕਹਿਣ ਕਿ ਗੁਰਬਾਣੀ ਦੀਆਂ ਗੱਲਾਂ ਕਰਦੇ ਨੇ। ਮੈਂ ਸਾਹਿਤਕ ਵੱਲ ਵੀ ਥੋੜੀ ਜਿਹੀ ਚਲੀ ਗਈ। ਮੈਂ ਕਿਹਾ 12 ਦੇਸੀ ਮਹੀਨਿਆਂ ਦੇ ਵੀ ਨਾ ਯਾਦ ਕਰਕੇ ਆਏ। ਜਿਸ ਦਿਨ ਮੈਂ ਸੁਣਨੇ ਸੀ ਉਸ ਦਿਨ ਬੱਚੇ ਬਹੁਤ ਘੱਟ ਆਏ। ਅੱਛਾ, ਹਾਂਜੀ। ਫਿਰ ਮੈਸੇਜ ਪਾਇਆ ਬੱਚਿਆਂ ਨੂੰ ਕਿ ਕੱਲ ਕਲਾਸ 'ਚ ਆਉਣਾ ਜ਼ਰੂਰੀ ਹੈ, ਇਹ ਸਿਲੇਬਸ ਕਰਾਉਣਾ ਹੈ। ਆ ਗਏ ਬੱਚੇ। ਮੈਂ ਕਿਹਾ ਦੱਸੋ ਗੁਰੂ ਸਾਹਿਬਾਨ ਦੇ ਨਾਮ, ਤੇ 70-80% ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਮ ਪਤਾ ਸੀ। ਵਾਹ, ਬਹੁਤ ਅੱਛਾ। ਫਿਰ ਗੁਰਦੁਆਰਾ ਸਾਹਿਬ ਦੀ ਹਿਸਟਰੀ ਦੱਸੀ, ਜਿੰਨੀ ਕੁ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਅਸੀਂ ਆਪਣੇ ਪੇਰੈਂਟਸ ਤੋਂ ਸਿੱਖਿਆ, ਜੋ ਅਸੀਂ ਆਪਣੇ ਗੁਰੂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਤੋਂ ਸਿੱਖਿਆ, ਜੋ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਿਆ ਜਿੰਨਾ ਕੁ। ਫਿਰ ਮੈਂ ਉਹ ਕਲਾਸਾਂ ਦੇ ਵਿੱਚ ਜ਼ਰੂਰ, ਇਹ ਮੇਰਾ ਰੂਟੀਨ ਹੈ ਜੀ ਫਰੋਮ ਵੈਰੀ ਫਸਟ ਡੇ, ਕਿ ਮੈਂ 5 ਮਿੰਟ ਆਪਣੇ ਬੱਚਿਆਂ ਦੇ ਨੈਤਿਕ ਕਦਰਾਂ ਕੀਮਤਾਂ ਤੇ, ਉਹਨਾਂ ਦੇ ਸੱਭਿਆਚਾਰ ਤੇ, ਗੁਰਸਿੱਖੀ ਵਾਲੇ ਪਾਸੇ ਮੈਂ ਲਾਉਣੇ। ਬਹੁਤ ਅੱਛਾ, ਬਹੁਤ ਅੱਛਾ। ਔਰ ਮੈਨੂੰ ਲੱਗਦਾ ਕਿ ਮੈਨੂੰ ਰਿਸਪੌਂਸ ਮਿਲ ਰਿਹਾ। ਬਿਲਕੁਲ। ਮੈਂ ਨਹੀਂ ਡਿਪਰੈਸ ਹੁੰਦੀ ਕਿ ਜੇ ਅਸੀਂ ਇਦਾਂ ਕਰਾਂਗੇ ਤਾਂ ਹੌਲੀ ਹੌਲੀ ਤੁਹਾਡਾ ਅਸਰ ਜਿਹੜਾ ਹੈ ਜ਼ਰੂਰ ਹੋਏਗਾ ਬੱਚਿਆਂ। ਡਾਕਟਰ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਦੋਂ ਅਧਿਆਪਕ ਸਟੇਜਾਂ 'ਤੇ ਬੋਲਦੇ ਆ ਤਾਂ ਕਹਿੰਦੇ ਸਾਡੇ ਬੱਚੇ ਨੇ, ਤੇ ਜਿਹੜਾ ਗੁਰਬਾਣੀ ਦਾ ਵੀ ਪਾਵਨ ਫਰਮਾਨ ਹੈ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇਤੇ। ਵੀ ਜਿਹੜੀ ਮਾਂ ਹੈ ਉਹ ਤਾਂ ਕਦੇ ਆਪਣੇ ਬੱਚੇ ਦੇ ਗੁਨਾਹ ਨੂੰ, ਐਬ ਨੂੰ ਚੇਤੇ ਹੀ ਨਹੀਂ ਰੱਖਦੀ। ਬਿਲਕੁਲ। ਤੇ ਫਿਰ ਕਾਰਨ ਮਤਲਬ ਜਦੋਂ ਇੱਕ ਅਧਿਆਪਕ ਜਿਹੜਾ ਮਾਪੇ ਦਾ ਦਰਜਾ ਰੱਖਦਾ ਹੈ, ਬਿਲਕੁਲ ਜੀ, ਜਦੋਂ ਉਹਦੀ ਇਹ ਵਰਡਿੰਗ ਹੋ ਜਾਵੇ ਤਾਂ ਫਿਰ ਇਹ ਨਹੀਂ ਸੋਚਦੇ ਤੁਸੀਂ ਵੀ ਜਿਹੜਾ ਅਧਿਆਪਕ ਹੈ ਜਾਂ ਇਹੋ ਜਿਹੇ ਬੋਲਣ ਵਾਲੇ ਅਧਿਆਪਕ ਆਪਣੇ ਫਰਜ਼ ਤੋਂ ਪਿਛਾਂਹ ਨਹੀਂ ਹਟਦੇ ਜਾ ਰਹੇ? ਦੇਖੋ, ਜੇ ਆਪਾਂ ਕਹਿੰਦੇ ਹਾਂ ਨਾ ਨੌਜਵਾਨਾਂ ਤੇ ਅਸਰ ਹੋਇਆ, ਅੱਜ ਦੀ ਪੀੜ੍ਹੀ ਤੇ ਮੋਬਾਈਲਸ ਦਾ ਅਸਰ ਹੋਇਆ, ਅੱਜ ਦੀ ਪੀੜ੍ਹੀ ਤੇ ਜਿਹੜੇ ਐਟਮੋਸਫੀਅਰ ਹੈ ਜੋ ਸਾਡੇ ਸਮਾਜ ਦਾ, ਉਹਦਾ ਅਸਰ ਹੋਇਆ। ਤੇ ਮੈਨੂੰ ਲੱਗਦਾ ਕਿ ਕਿਧਰੇ ਨਾ ਕਿਧਰੇ ਅਸੀਂ ਵੀ ਆਪਣੀ ਡਿਊਟੀ ਤੋਂ ਕੋਤਾਹੀ ਕਰ ਰਹੇ ਹਾਂ। ਜੀ ਬਿਲਕੁਲ। 100% ਡਿਊਟੀ ਜਿਹੜੀ ਹੈ ਅਸੀਂ ਨਹੀਂ ਨਿਭਾ ਰਹੇ। ਸਾਨੂੰ ਤਨੋਂ ਮਨੋਂ ਤਾਂ ਘੱਟੋ ਘੱਟ ਦੇਣਾ ਚਾਹੀਦਾ। ਔਰ ਖਾਸ ਤੌਰ 'ਤੇ ਜਿਹੜੇ ਸਾਡੇ ਧਾਰਮਿਕ ਸੰਸਥਾ ਹੈ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸੀਂ 1 ਮਿੰਟ ਤੋਂ ਪਹਿਲਾਂ ਕ੍ਰਿਟਿਸਿਜ਼ਮ ਦੇ ਵਿੱਚ ਪਹੁੰਚ ਜਾਂਦੇ ਹਾਂ। ਅਸੀਂ ਸਤਿਕਾਰਯੋਗ ਪ੍ਰਧਾਨ ਸਾਹਿਬ ਦੇ ਤੇ ਚਲੇ ਜਾਂਦੇ ਹਾਂ, ਅਸੀਂ ਸੈਕਟਰੀਆਂ 'ਤੇ ਚਲੇ ਜਾਂਦੇ ਹਾਂ। ਫਸਟ ਆਫ ਆਲ ਤੁਸੀਂ ਆਪਣੇ ਆਪ ਵੱਲ ਵੇਖੋ ਕਿ ਅਸੀਂ ਆਪਣੀ ਡਿਊਟੀ 100% ਕਰ ਰਹੇ ਹਾਂ। ਜੀ ਬਿਲਕੁਲ। ਅਸੀਂ ਜੇ ਉਹ ਉੱਥੋਂ ਦੇ ਪ੍ਰਧਾਨ ਨੇ, ਸੈਕਟਰੀ ਨੇ, ਉਹਨਾਂ ਦੇ ਐਮਪਲਾਈਜ਼ ਨੇ, ਤੇ ਅਸੀਂ ਵੀ ਉਹਨਾਂ ਦੇ ਐਮਪਲਾਈਜ਼ ਹਾਂ। ਜੀ ਬਿਲਕੁਲ ਬਿਲਕੁਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਲਜ ਮਾਤਾ ਗੁਜਰੀ ਕਾਲਜ, ਜਿਹਦਾ ਨਾਂ ਹੀ ਇੱਕ ਮਹਾਨ ਔਰਤ ਦੇ ਨਾਂ ਤੇ ਔਰ ਐਡੀ ਪਵਿੱਤਰ ਧਰਤੀ ਦੇ ਉੱਤੇ ਉਹ ਕਾਲਜ ਹੈ। ਅਸੀਂ ਉਹਦੀ ਡਿਊਟੀ ਸਾਨੂੰ ਤਾਂ ਮਹਿੰਦਰਾ ਕਾਲਜ, ਮੋਦੀ ਕਾਲਜ ਦੇ ਟੀਚਰਸ ਤੋਂ ਕੋਈ 50-60% ਵੱਧ ਕਰਨੀ ਚਾਹੀਦੀ ਹੈ। ਵੱਧ ਕਰਨੀ ਚਾਹੀਦੀ, ਬਿਲਕੁਲ ਬਿਲਕੁਲ। ਅਸੀਂ ਉੱਥੇ ਆਪਣਾ ਟਾਈਮ, ਆਪਣਾ ਡਿਊਟੀ ਜਿਹੜੀ ਹੈ ਉਹਨੂੰ ਟਾਈਮ ਡਿਵੋਟ ਕਰੀਏ ਕਿ ਜੇ ਇਹ ਬੱਚਾ ਹੈ, ਇਹ ਦੂਜੇ ਕਾਲਜਾਂ ਦੇ ਬੱਚਿਆਂ ਤੋਂ ਵੱਖਰਾ ਇਹਨੂੰ ਕਿਵੇਂ ਬਣਾਉਣਾ ਹੈ। ਬਿਲਕੁਲ ਬਿਲਕੁਲ। ਇੱਕ ਪਹਿਚਾਣ ਪੈਦਾ ਕਰੀਏ ਕਿ ਮਾਤਾ ਗੁਜਰੀ ਕਾਲਜ ਦਾ ਸਟੂਡੈਂਟ ਹੈ ਤਾਂ ਉਸ ਤੋਂ ਪਹਿਲਾਂ ਆਪਣੀ ਪਹਿਚਾਣ ਬਣਾਉਣੀ ਪੈਗੀ। ਬਿਲਕੁਲ, ਤਦੇ ਉਹ ਅਸਰ ਹੋਏਗਾ ਨਾ। ਅਸਰ ਤਾਂ ਹੋਏਗਾ ਜੀ। ਅਸੀਂ ਤਾਂ ਮੈਨੂੰ ਯਾਦ ਹੈ ਪੁਰਾਣਾ, ਜਦੋਂ ਟੋੜਾ ਸਾਹਿਬ ਨੇ ਆਉਣਾ ਹੁੰਦਾ ਸੀ ਸਾਡੇ ਕਾਲਜ ਦੇ ਵਿੱਚ, ਤੇ ਅਸੀਂ ਬੀਬੀਆਂ ਉਦੋਂ ਸਿਰ ਢੱਕ ਲੈਂਦੀਆਂ ਸੀ। ਟੋੜਾ ਸਾਹਿਬ ਕਹਿ ਦਿੰਦੇ ਸਨ, ਤੇ ਪ੍ਰਿੰਸੀਪਲਾਂ ਨੇ ਵੀ ਕਹਿ ਦੇਣਾ ਕਿ ਟੋੜਾ ਸਾਹਿਬ ਨੇ ਆਉਣਾ, ਤੇ ਅਸੀਂ ਸਤਿਕਾਰ ਵਜੋਂ ਸਿਰ ਢੱਕ ਲੈਣਾ।
ਹੁਣ ਨਹੀਂ ਨਹੀਂ ਜੀ, ਮਤਲਬ ਨਹੀਂ ਇਹ ਟੱਕਦਾ। ਇਹ ਮਤਲਬ ਇੱਕ ਆਪਾਂ ਘਾਟ ਕਹਿ ਲਈਏ ਨਾ, ਘਾਟ ਪੈ ਚੁੱਕੀ ਹੈ। ਜਦੋਂ ਸਾਡੇ ਅੰਦਰ ਹੀ ਇਹ ਘਾਟਾਂ ਹੋਣਗੀਆਂ ਤੇ ਫਿਰ ਉਹਦਾ ਅਕਸ ਸਟੂਡੈਂਟ ਤੇ ਵਿਦਿਆਰਥੀ ਤੇ ਤਾਂ ਮੇਰਾ ਖਿਆਲ ਵੀ ਨਹੀਂ ਪਏਗਾ। ਫਿਰ ਵਿਦਿਆਰਥੀ ਕੋਲੋਂ ਅਸੀਂ ਕੀ ਇਮੇਜਿਨ ਕਰ ਸਕਦੇ ਹਾਂ ਨਾ। ਫਿਰ ਵੀ ਚੰਗੇ ਵਿਦਿਆਰਥੀ ਨੇ, ਇੱਕ ਆਸ ਦੇ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਕਿ ਕੋਈ ਗੱਲ ਨਹੀਂ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਏਗੀ ਔਰ ਇਹ ਬੱਚੇ ਵੀ ਠੀਕ ਹੋ ਜਾਣਗੇ। ਬਹੁਤ ਬੱਚੇ ਨੇ ਜਿਹੜੇ ਅੱਗੇ ਜਾ ਰਹੇ ਨੇ, ਬਹੁਤ ਬੱਚੇ ਸਾਡੇ ਕਾਲਜ ਦੇ ਬਹੁਤ ਐਸੇ ਸਟੂਡੈਂਟਸ ਨੇ ਜਿਨ੍ਹਾਂ ਨੇ ਨਾਮ ਰੋਸ਼ਨ ਕੀਤਾ ਆਪਣੇ ਪੇਰੈਂਟਸ ਦਾ ਜੀ। ਬਿਲਕੁਲ ਕਾਲਜ ਦਾ, ਸਪੋਰਟਸ ਦੇ ਬਹੁਤ ਬੱਚੇ ਜਿਹੜੇ ਪੁਲਿਸ ਦੇ ਵਿੱਚ ਗਏ ਨੇ ਔਰ ਗੁਰਸਿੱਖ ਬੱਚੇ ਨੇ, ਗੁਰਸਿੱਖੀ ਨੂੰ ਕਾਇਮ ਰੱਖਿਆ ਹੋਇਆ ਪੁਲਿਸ ਦੇ ਵਿੱਚ ਡਿਊਟੀ ਕਰ ਰਹੇ ਨੇ। ਵਾਹ, ਬਹੁਤ ਅੱਛਾ। ਡਾਕਟਰ ਸਾਹਿਬ ਕੋਈ ਆਫੀਸਰ ਰੈਂਕ ਤੱਕ ਵੀ ਪਹੁੰਚੇ ਨੇ ਬੱਚੇ? ਇੱਕ ਤਾਂ ਮੈਨੂੰ ਯਾਦ ਹੈ SSP ਨੇ। SSP? ਹਾਂਜੀ, ਕਾਲਜ ਦਾ ਸਟੂਡੈਂਟ ਹੈ ਕੁਲਦੀਪ ਸਿੰਘ। ਔਰ ਬਾਕੀ ਸਪੋਰਟਸ ਦੇ ਬੱਚੇ ਕਾਫੀ ਨੇ, ਮਤਲਬ ਹੁਣ ਮੈਨੂੰ ਐਟ ਦਾ ਸਪੋਟ ਇੱਕ ਲੜਕੀ ਹੈ ਸਾਡੀ ਹਰਪ੍ਰੀਤ ਕੌਰ, ਆਰਟਸ ਦੀ ਬੱਚੀ ਹੈ, ਉਹ ਸਾਡੇ ਕੋਲ ਪੜ੍ਹੀ ਵੀ ਹੈ, ਉਹ ਇੰਸਪੈਕਟਰ ਹੈ ਹੁਣ ਪੁਲਿਸ 'ਚ। ਹਾਂਜੀ, ਪੁਲਿਸ ਦੇ ਵਿੱਚ। ਸਾਡੇ SSP ਕੁਲਦੀਪ ਸਿੰਘ ਹੈ, ਇਹ ਕਿੱਥੇ ਲੱਗੇ ਹੋਏ ਨੇ? ਇਹ ਪਹਿਲਾਂ ਤਾਂ ਫਤਿਹਗੜ੍ਹ ਸਾਹਿਬ ਸੀ ਜੀ, ਹੁਣ ਉਹਨਾਂ ਦੀ ਟ੍ਰਾਂਸਫਰ ਹੋ ਗਈ ਹੈ ਫਤਿਹਗੜ੍ਹ ਸਾਹਿਬ। ਹਾਂਜੀ, ਹਾਂਜੀ, ਕਾਲਜ 'ਚ ਅਸੀਂ ਉਹਨਾਂ ਨੂੰ ਬੁਲਾਉਂਦੇ ਵੀ ਹਾਂ। ਇੱਕ ਸਾਡਾ ਬਣਿਆ ਹੋਇਆ ਜੀ ਐਲੂਮਨਾਈ, ਸਾਡੇ ਪੁਰਾਣੇ ਵਿਦਿਆਰਥੀਆਂ ਦੀ ਅਸੀਂ ਮੀਟਿੰਗਸ ਵੀ ਕਰਨੇ ਆ, ਬਾਹਰੋਂ ਵੀ ਆਉਂਦੇ ਨੇ ਵਿਦਿਆਰਥੀ, ਹੁਣ ਤਾਂ ਵੱਡੇ ਹੋ ਗਏ ਨੇ, ਸਾਡੇ ਆਪਣੇ ਪੜ੍ਹਾਏ ਹੋਏ ਵੀ ਵੱਡੇ ਹੋ ਗਏ ਨੇ। ਫਿਰ ਉਹ ਕਾਲਜ ਜਿਹੜਾ ਹੈ ਉਹਨਾਂ ਨੂੰ ਸਨਮਾਨਿਤ ਕਰਦਾ ਹੈ ਤੇ ਉਦੋਂ ਫਿਰ ਸਾਨੂੰ ਅਸੀਂ ਫਖਰ ਮਹਿਸੂਸ ਕਰਨੇ ਆ ਕਿ ਸਾਡੇ ਪੜ੍ਹਾਏ ਹੋਏ ਬੱਚੇ ਜਿਹੜੇ ਨੇ ਔਰ ਮਾਤਾ ਗੁਜਰੀ ਕਾਲਜ ਦੇ ਜਿਹੜੇ ਪ੍ਰੋਡਕਟ ਨੇ ਉਹ ਇੰਨੀ ਦੂਰ ਇੰਨੇ ਵਧੀਆ ਜਗ੍ਹਾ ਦੇ ਉੱਤੇ ਵੈਲ ਸੈਟਲਡ। ਬਿਲਕੁਲ, ਅਗਰ ਬੱਚਾ ਕਿਸੇ ਫੀਲਡ ਦੇ ਵਿੱਚ ਅੱਗੇ ਵੱਧਦਾ ਹੈ ਤਾਂ ਮਾਪਿਆਂ ਦਾ ਨਾਂ ਰੋਸ਼ਨ ਹੁੰਦਾ ਹੈ। ਬਿਲਕੁਲ, ਤੇ ਅਧਿਆਪਕ ਵੀ ਮਾਪੇ ਨੇ, ਬਹੁਤ ਖੁਸ਼ ਹੁੰਦੇ ਨੇ ਅਧਿਆਪਕ। ਤੇ ਜਦੋਂ ਤੁਹਾਡੇ ਪੜ੍ਹਾਏ ਹੋਏ ਬੱਚੇ ਹੀ ਕਿਸੇ ਉੱਚ ਅਹੁਦੇ ਤੇ ਬੈਠੇ ਹੋਣ ਤਾਂ ਜ਼ਰੂਰ ਹੈ ਵੀ ਫਖਰ ਤਾਂ ਹੋਏਗਾ, ਅਧਿਆਪਕ ਨੂੰ ਮਿਲੇਗਾ। ਡਾਕਟਰ ਸਾਹਿਬ, ਇੱਕ ਹੋਰ ਜਿਹੜੀ ਚੀਜ਼ ਮੈਂ ਇੱਥੇ ਜੋੜਨਾ ਚਾਹੁੰਦਾ, ਨਿੱਕੇ ਹੁੰਦਿਆਂ ਮੈਨੂੰ ਵੀ ਯਾਦ ਹੈ, ਤੁਸੀਂ ਵੀ ਸ਼ਾਇਦ ਮੇਰੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਓਗੇ, ਬਈ ਤਕਰੀਬਨ ਘਰਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਜ਼ਰੂਰ ਹੁੰਦੀ ਸੀ ਔਰ ਬਜ਼ੁਰਗ ਜਿਹੜੇ ਸਨ ਉਹ ਸ਼ਾਮ ਨੂੰ ਸਾਖੀ ਸੁਣਾਉਂਦੇ ਸਨ ਨਾ। ਨਿੱਕੇ ਨਿੱਕੇ ਸ਼ਾਇਦ ਤੁਸੀਂ ਵੀ ਕੋਲ ਬਹਿ ਕੇ, ਮੈਂ ਵੀ ਬੇਬੇ ਤੋਂ ਸੁਣਦਾ ਰਿਹਾ ਤੇ ਆਪਣੇ ਨਾਨਕੇ ਪਿੰਡ। ਤੇ ਉਸ ਤੋਂ ਬਾਅਦ ਜਿਹੜਾ ਅਜੋਕਾ ਦੌਰ ਹੈ, ਕੀ ਮਹਿਸੂਸ ਕਰਦੇ ਹੋ ਵੀ ਅੱਜ ਕੱਲ੍ਹ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਸਾਡਾ ਇਤਿਹਾਸ ਹੈ ਜਾਂ ਇਤਿਹਾਸ ਦੇ ਗ੍ਰੰਥ ਨੇ ਉਹ ਜਾਂਦੇ ਰਹੇ? ਮੈਨੂੰ ਇੱਥੇ ਤੁਸੀਂ ਸਾਖੀ ਦੀ ਗੱਲ ਕੀਤੀ, ਮੈਨੂੰ ਇੱਕ ਯਾਦ ਆਇਆ, ਗੁਟਕਾ ਸਾਹਿਬ ਪੰਜ ਗ੍ਰੰਥੀ ਹੁੰਦੀ ਨਾ, ਰੀਲ ਹੁੰਦੀ ਸੀ। ਹਾਂ। ਫਿਰ ਐਤਵਾਰ ਨੂੰ ਪਾਪਾ ਜੀ ਉਹਨਾਂ ਨੇ ਕਹਿਣਾ ਕਿ ਤੁਸੀਂ ਬੈਠੋ ਬੇਟੇ, ਇਸ਼ਨਾਨ ਕਰਕੇ ਤੇ ਫਿਰ ਦੁਪਹਿਰੇ ਬੇਸ਼ੱਕ, ਕਿਉਂਕਿ ਬੱਚੇ ਐਤਵਾਰ ਲੇਟ ਉੱਠਦੇ ਹੈ, ਇਸ਼ਨਾਨ ਕਰਾਉਣਾ, ਸਿਰ ਧੋਣਾ, ਤੇ ਫਿਰ ਉਸ ਤੋਂ ਬਾਅਦ ਉਹ ਪੰਜ ਗ੍ਰੰਥੀ ਦੇ ਬੜੇ ਸ਼ੌਂਕ ਨਾਲ ਫਿਰ ਉਹਦੇ ਰੁਮਾਲੇ ਉਦਾਂ ਹੀ ਚੱਕਣੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਚੱਕੇ ਜਾਂਦੇ ਆ, ਤੇ ਉੱਤੇ ਫਿਰ ਜੋੜ ਲਾ ਕੇ ਹੌਲੀ ਹੌਲੀ ਪੜ੍ਹਨਾ। ਪੇਰੈਂਟਸ ਨੇ ਬੜਾ ਇਨਕਰੇਜ ਕਰਨਾ ਕਿ ਸਾਡੇ ਠੀਕ ਹੈ ਆਪਣੇ ਘਰਾਂ ਦੇ ਵਿੱਚੋਂ ਇਹ ਚੀਜ਼ ਜਿਹੜੀ ਹੈ ਗਾਇਬ ਹੋ ਰਹੀ ਹੈ, ਸਾਖੀਆਂ ਸੁਣਾਈਏ ਕਿਹਨੂੰ, ਕੋਈ ਕੋਲ ਬੈਠੇ ਤੇ ਸੁਣਾਈਏ। ਆਪਣੇ ਆਪਣੇ ਕਮਰੇ ਨੇ ਬੱਚਿਆਂ ਦੇ, ਆਪਣੇ ਆਪਣੇ ਲੈਪਟਾਪ ਨੇ, ਮਾਵਾਂ ਦੇ ਆਪਣੇ ਮੋਬਾਈਲ ਨੇ, ਫਾਦਰ ਸਾਹਿਬ ਦਾ ਆਪਣਾ ਹੈ, ਉਹਨਾਂ ਦੇ ਕਮਰੇ ਅਲੱਗ ਹੋ ਗਏ ਨੇ, ਸਾਡੇ ਕੋਲ ਬੈਠਣਾ ਘੱਟ ਹੋ ਗਿਆ ਉਹਨਾਂ ਦਾ। ਡਾਕਟਰ ਸਾਹਿਬ, ਜਿੱਦਾਂ ਪੁਰਾਣੇ ਆਪਣੇ ਘਰਾਂ ਦੇ ਵਿੱਚ, ਕਿਉਂ ਪਿੰਡਾਂ 'ਚ ਤੁਸੀਂ ਰਹਿਣ ਵਾਲੇ ਹੋ, ਪਿੰਡਾਂ ਦਾ ਹੀ ਮੈਂ ਰਹਿਣ ਵਾਲਾ, ਤੇ ਇੱਦਾਂ ਕਰਕੇ ਉਹ ਵਿਹੜਾ ਹੁੰਦਾ ਸੀਗਾ ਤੇ ਰਾਤ ਨੂੰ ਉੱਥੇ ਮੰਜੇ ਸਾਰੇ ਪਰਿਵਾਰ ਨੇ ਡਾਹ ਲੈਣੇ, ਜਾਂ ਸਰਦੀਆਂ 'ਚ ਵੀ ਅੰਦਰ ਜਿਹੜਾ ਕੋਈ ਵੱਡਾ ਸਾਰਾ ਹੁੰਦਾ ਸੀਗਾ, ਕੱਚੇ ਹੁੰਦੇ ਸੀਗੇ ਘਰ, ਹੈ ਨਾ। ਤੇ ਉਹ ਜਦੋਂ ਸਾਰੇ ਮੰਜੇ ਇੱਕ ਥਾਂ ਤੇ ਡਹਿੰਦੇ ਸੀ ਤੇ ਰਾਤ ਨੂੰ ਬਜ਼ੁਰਗਾਂ ਨੇ ਬਾਤਾਂ ਵੀ ਪਾਉਣੀਆਂ, ਕਿਤੇ ਸਾਖੀਆਂ ਸੁਣਾਉਣੀਆਂ, ਸਾਹਿਬਜ਼ਾਦਿਆਂ ਦੀਆਂ ਗੱਲਾਂ ਚੱਲਣੀਆਂ, ਬਾਤਾਂ ਚੱਲਣੀਆਂ, ਹੈ ਨਾ। ਤੇ ਹੋਰ ਸ਼ਹੀਦਾਂ ਦੀਆਂ ਜਿਹੜੇ ਸੀਗੇ ਆ ਉਹਨਾਂ ਦਾ ਇਤਿਹਾਸ ਸੁਣਾਉਂਦੇ ਸੀ ਬਜ਼ੁਰਗ। ਜਿਵੇਂ ਜਿਵੇਂ ਜਿਹੜਾ ਸਮਾਂ ਬਦਲਿਆ, ਜਿਵੇਂ ਜਿਵੇਂ ਕਮਰੇ ਲਹਿਦਾ ਹੁੰਦੇ ਗਏ, ਡਾਕਟਰ ਸਾਹਿਬ, ਆਪਸੀ ਜਿਹੜਾ ਇਤਫਾਕ ਪ੍ਰੇਮ ਹੈ ਉਹ ਵੀ ਵੰਡਿਆ ਗਿਆ ਜੀ, ਬਿਲਕੁਲ ਵੰਡਿਆ ਗਿਆ। ਕਿਉਂਕਿ ਇਤਫਾਕ ਪ੍ਰੇਮ ਉਦੋਂ ਤੱਕ ਰਹਿੰਦਾ ਜਦੋਂ ਤੱਕ ਤੁਸੀਂ ਪਰਿਵਾਰ ਦੇ ਨੇੜੇ ਹੋ ਕੇ ਬੈਠਦੇ ਹੋ।
ਦੁੱਖ ਸੁੱਖ ਕਰਦੇ ਹੋ, ਕਹਾਣੀਆਂ ਸੁਣਦੇ ਹੋ, ਬਾਤਾਂ ਸੁਣਦੇ ਹੋ, ਦਾਦੀ ਦੀ ਰਿਸਪੈਕਟ ਕਰਦੇ ਹੋ। ਹੁਣ ਵੀ ਮੈਂ ਸਟੂਡੈਂਟਸ ਨੂੰ ਕਹਿੰਦੀ ਹੁੰਦੀ ਹਾਂ ਕਿ ਗ੍ਰੈਂਡ ਪੇਰੈਂਟਸ ਨੂੰ ਜਾਂਦੇ ਤੇ ਆਉਂਦੇ ਦੋ ਹੀ ਗੱਲਾਂ ਕਹਿਣੀਆਂ, ਪੁੱਤ ਕੋਈ ਟਾਈਮ ਜ਼ਿਆਦਾ ਨਹੀਂ ਲੱਗਦਾ, ਇੱਕ ਫਤਿਹ ਬੁਲਾਉਣੀ ਹੈ ਜਾਂ ਸਤਿ ਸ੍ਰੀ ਅਕਾਲ ਬੁਲਾਉਣੀ ਹੈ, ਤੇ ਦੂਜਾ ਪੁੱਛਣਾ ਹੋਰ ਬੇਬੇ ਜੀ ਠੀਕ ਹੋ। ਬਸ ਇਹਦੇ ਨਾਲ ਜਿਹੜੀਆਂ ਅਸੀਸਾਂ ਦੀ ਝੜੀ ਜਿਹੜੀ ਹੈ ਨਾ ਉਹ ਲੱਗ ਜਾਣੀ ਹੈ। ਬਿਲਕੁਲ, ਕੋਈ ਸ਼ੱਕ। ਤੁਸੀਂ ਆ ਵੀ ਜਾਣਾ ਹੈ ਦਾਦੀ ਕੋਲੋਂ ਦੂਰ ਵੀ ਆ ਕੇ ਮੋਟਰਸਾਈਕਲ ਸਟਾਰਟ ਵੀ ਕਰ ਲਿਆ, ਪਰ ਦਾਦੀ ਨੇ ਉਹ ਬੋਲਦੇ ਹੀ ਰਹਿਣਾ ਹੈ, ਜਵਾਨੀਆਂ ਮਾਣੋ, ਪਰਮਾਤਮਾ ਤੈਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਗੁਰਬਾਣੀ ਨਾਲ ਜੋੜੇ। ਬੜਾ ਪਤਾ ਨਹੀਂ ਕੀ ਕੁਛ ਉਹ ਬੋਲਦੇ ਨੇ ਸਾਡੇ ਬਜ਼ੁਰਗ। ਪਰ ਹੁਣ ਇਹ ਖਾਸ ਤੌਰ ਤੇ ਜਦੋਂ ਤੋਂ ਟੈਕਨੋਲੋਜੀ, ਜਿਹਨੂੰ ਆਪਾਂ ਟੈਕਨੋਲੋਜੀ ਯੁੱਗ ਕਹਿਣ ਲੱਗ ਗਏ ਹਾਂ, ਬਿਲਕੁਲ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਗਲੋਬਲਾਈਜੇਸ਼ਨ ਦੇ ਨਾਲ ਪੂਰਾ ਵਰਲਡ ਜਿਹੜਾ ਹੈ ਇੱਕ ਪਿੰਡ ਬਣ ਗਿਆ। ਮੈਂ ਕਿਹਾ ਪਿੰਡ ਤੇ ਪਿੰਡਾਂ ਨੂੰ ਜਾਣਦੇ ਹੁੰਦੇ ਨੇ, ਅਸੀਂ ਤਾਂ ਫਿਰ ਵੀ ਗਲੋਬਲਾਈਜੇਸ਼ਨ ਦੇ ਵਿੱਚ ਆ ਕੇ ਵੀ ਇੱਕ ਦੂਸਰੇ ਨੂੰ ਨਹੀਂ ਜਾਣਦੇ। ਇਹ ਘਟਦਾ ਜਾ ਰਿਹਾ ਹੈ, ਔਰ ਟੈਕਨੋਲੋਜੀ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ। ਕਦੇ ਮਹੀਨੇ ਬਾਅਦ ਥੀਏਟਰ ਦੇ ਵਿੱਚ ਫਿਲਮ ਦੇਖਣ ਜਾਂਦੇ ਸੀ, ਬੱਚੇ ਜਾਂਦੇ ਸੀ ਜਾਂ ਅਸੀਂ ਵੀ ਜਾਂਦੇ ਸੀ ਜਦੋਂ ਪੜ੍ਹਦੇ ਹੋਏ। ਹੁਣ ਤੁਸੀਂ ਘਰਾਂ ਦੇ ਵਿੱਚ ਜਿਹੜੀ ਮਰਜ਼ੀ ਫਿਲਮ ਖੋਲ ਕੇ ਬੈਠ ਜਾਓ। ਬਿਲਕੁਲ, ਕਈ ਚੈਨਲ ਚੱਲਦੇ ਨੇ, ਕਈ ਕੁਛ ਉਹਨਾਂ ਦੇ, ਇੰਨਾ ਕੁਛ ਤਾਂ ਹੈ ਟੈਕਨੋਲੋਜੀ ਦੇ ਵਿੱਚ। ਕਿਤਾਬਾਂ ਪੜ੍ਹਨ ਦੀ ਆਦਤ ਘਟ ਗਈ ਬੱਚਿਆਂ ਨੂੰ। ਬਿਲਕੁਲ। ਪਰ ਡਾਕਟਰ ਸਾਹਿਬ ਇੱਥੇ ਜਿਸ ਤਰ੍ਹਾਂ ਟੈਕਨੋਲੋਜੀ ਦਾ ਯੁੱਗ ਹੈ ਜਾਂ ਟੈਕਨੋਲੋਜੀ ਆਪਣੇ ਸਾਧਨ ਬਹੁਤ ਆ ਗਏ ਆਪਣੇ ਕੋਲ, ਜਿੱਥੇ ਉਹਨਾਂ ਦਾ ਪਲੱਸ ਪੁਆਇੰਟ ਆ ਉੱਥੇ ਉਹ ਜਿਹਨਾਂ ਨੈਗੇਟਿਵ ਹੈ ਔਰ ਤੇ ਪੋਜ਼ਿਟਿਵ ਦੋਨੋਂ ਚੀਜ਼ਾਂ ਨੇ, ਹੈ ਨਾ। ਪੋਜ਼ਿਟਿਵ ਵੀ ਹੈ, ਪੋਜ਼ਿਟਿਵ ਵੀ ਹੈ, ਕਿਉਂਕਿ ਤੁਸੀਂ ਬਹੁਤ ਕੁਝ ਗ੍ਰਹਿਣ ਕਰ ਸਕਦੇ ਹੋ। ਜਿੱਦਾਂ ਬਾਜ਼ਾਰ ਦੇ ਵਿੱਚ ਡਾਕਟਰ ਸਾਹਿਬ ਕਈ ਦੁਕਾਨਾਂ ਹੁੰਦੀਆਂ ਨੇ, ਇਹ ਹੈ ਵੀ ਤੁਸੀਂ ਗਾਹਕ ਕਿਹੜੀ ਚੀਜ਼ ਦੇ ਹੋ। ਬਿਲਕੁਲ। ਉਸੇ ਚੈਨਲਾਂ ਤੇ ਹੁਣ ਗੁਰਬਾਣੀ ਵੀ ਆਉਂਦੀ ਹੈ, ਕੀਰਤਨ ਆਉਂਦਾ, ਕਥਾ ਆਉਂਦੀ ਹੈ। ਮਤਲਬ ਇਹ ਤੁਹਾਡੀ ਆਪਣੀ ਸੋਚ ਨਹੀਂ ਕਿ ਵੀ ਤੁਸੀਂ ਗੇਨ ਕੀ ਕਰਨਾ ਉੱਥੋਂ। ਗੇਨ ਬਹੁਤ ਕੁਝ ਕਰਦੇ ਹਾਂ ਜੀ। ਕਈ ਵਾਰ ਦੇਖੋ, ਹੁਣ ਮੈਂ ਬੁੱਕਸ ਦੀ ਗੱਲ ਹੀ ਕਰਾਂਗੀ ਕਿ ਕਈ ਕਿਤਾਬ ਲੈਣ ਤੋਂ ਵੀ ਤੁਹਾਨੂੰ ਕਾਲ ਵੀ ਹੋ ਜਾਂਦੀ ਹੈ, ਲਾਇਬ੍ਰੇਰੀ ਜਾਣ ਤੋਂ ਹੋ ਜਾਂਦੀ ਹੈ, ਬਾਜ਼ਾਰ ਨਹੀਂ ਜਾ ਸਕਦੇ ਤੁਸੀਂ ਜਿਹੜੀ ਮਰਜ਼ੀ ਕਿਤਾਬ ਨੈੱਟ ਤੇ ਕੱਢ ਕੇ ਪੜ੍ਹ ਲਓ ਜੀ। ਬਿਲਕੁਲ। ਕੋਈ ਮੀਨਿੰਗ ਨਹੀਂ ਆਉਂਦਾ, ਤੁਸੀਂ ਮੀਨਿੰਗ ਬੋਲੋ ਗੂਗਲ ਦੇ ਵਿੱਚ, ਉਹਦਾ ਅਰਥ ਆ ਜਾਣਗੇ। ਬਿਲਕੁਲ। ਔਰ ਜੋ ਇਹਦੇ ਵਿੱਚ ਫਿਰ ਪਰਸਨਲੀ ਆ ਜਾਂਦਾ ਕਿ ਮੈਂ ਜਿਹੜਾ ਥੈਂਕਸ ਕਰਨੀ ਹੈ ਟੈਕਨੋਲੋਜੀ ਦਾ, ਤੇ ਦੂਸਰੇ ਨੰਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਲਾਈਵ ਹਰਿਮੰਦਰ ਸਾਹਿਬ ਤੋਂ ਬਾਣੀ ਆਉਂਦੀ ਹੈ। ਬਿਲਕੁਲ। ਜਿਹੜੇ ਸਾਡੇ ਬਜ਼ੁਰਗ ਉੱਥੇ ਨਹੀਂ ਜਾ ਸਕਦੇ, ਬੱਚੇ ਵੀ ਨਹੀਂ ਲੈ ਕੇ ਜਾਂਦੇ, ਉਹ ਘਰ ਦੇ ਵਿੱਚ ਬੈਠੇ ਆਪਣੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਦੇ ਹਰਿਮੰਦਰ ਸਾਹਿਬ ਦੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਦਰਸ਼ਨ ਕਰ ਸਕਦੇ ਨੇ। ਬੜੇ ਸੋਹਣੇ ਤਰੀਕੇ ਦੇ ਨਾਲ ਪੱਤਰਕਾਰ ਜਿਹੜੇ ਉੱਥੇ ਕੰਮ ਕਰ ਰਹੇ ਨੇ, ਮੀਡੀਆ, ਉਹ ਬਹੁਤ ਵਧੀਆ ਤਰੀਕੇ ਨਾਲ ਦਿਖਾਉਂਦੇ ਨੇ। ਔਰ PTC ਚੈਨਲ ਦਾ ਇਸ ਗੱਲ ਨੂੰ ਜ਼ਰੂਰ ਧੰਨਵਾਦ ਕਰੀਦਾ। ਬਾਕੀ ਬੰਗਲਾ ਸਾਹਿਬ ਤੋਂ ਔਰ ਪਟਨਾ ਸਾਹਿਬ ਤੋਂ ਦੇਖੋ, ਸਾਰੇ ਕਈ ਗੁਰਦੁਆਰਾ ਸਾਹਿਬਾਨ ਤੋਂ ਲਾਈਵ ਬਿਲਕੁਲ ਆਪਾਂ ਬਾਣੀ ਵੀ ਸੁਣ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਸਰਕਾਰਾਂ ਦੀਆਂ ਗੱਲਾਂ ਸੁਣਦੇ ਹਾਂ, ਬਿਲਕੁਲ, ਤੇ ਅਸੀਂ ਗੁਰਬਾਣੀ ਨਾਲ ਵੀ ਜੁੜਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸਰਬ ਸਾਂਝੀਵਾਲਤਾ ਦਾ ਹੈ, ਮਤਲਬ ਅਸੀਂ ਵੀ ਆਪਣੇ ਚੈਨਲ ਵੱਲੋਂ ਜ਼ਰੂਰ ਇਹ ਅਪੀਲ ਕਰਾਂਗੇ, ਤੇ ਡਾਕਟਰ ਸਾਹਿਬ ਵੀ ਸਾਡੇ ਨਾਲ ਸਹਿਮਤ ਹੋਣਗੇ ਸ਼ਾਇਦ ਇਸ ਗੱਲ ਤੇ, ਕਿ ਕੇਵਲ ਇੱਕ ਚੈਨਲ ਤੱਕ ਹੀ ਸੀਮਤ ਨਾ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਚੈਨਲ ਨੇ ਉਹ ਚਾਹੁੰਦੇ ਨੇ ਵੀ ਅਸੀਂ ਵੀ ਰਿਲੇ ਕਰੀਏ, ਲਾਈਵ ਟੈਲੀਕਾਸਟ ਕਰੀਏ, ਤੇ ਬਾਕੀ ਚੈਨਲਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ। ਜ਼ਰੂਰ ਦੇਣਾ ਚਾਹੀਦਾ ਹੈ। ਮੈਂ ਚੈਨਲ ਵਾਲੇ ਜਾ ਕੇ ਉੱਥੇ ਮੰਗ ਪੱਤਰ ਆਪਣਾ ਰੱਖਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਮਹਾਨ ਸੰਸਥਾ ਹੈ, ਔਰ ਕੋਈ ਉੱਥੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਪੈਸੇ ਦੀ ਵੀ ਕਮੀ ਨਹੀਂ ਹੈ ਜੀ। ਬਿਲਕੁਲ। ਜੋ ਇੱਕ ਦੇਖੋ ਧਰਮ ਪ੍ਰਚਾਰ ਕਮੇਟੀ ਬਣੀ ਹੋਈ ਹੈ, ਕਿਸੇ ਨੇ ਇੱਕ ਵਾਰੀ ਕਿਹਾ ਕੀ ਕਰਦੀ ਸ਼੍ਰੋਮਣੀ ਕਮੇਟੀ, ਕਹਿੰਦੇ ਕਿ ਦੇਖੋ ਜਿਹੜੇ ਆਪਣੇ ਕ੍ਰਾਈਸਟ ਨੂੰ ਮੰਨਣ ਵਾਲੇ ਲੋਕ ਨੇ, ਉਹ ਘਰ ਘਰ ਜਾ ਕੇ ਲਿਟਰੇਚਰ ਵੰਡਦੇ ਨੇ। ਤੇ ਮੈਂ ਬੜੇ ਸਹਿਜ ਸੁਭਾਅ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਪਹਿਲੀ ਗੱਲ ਤਾਂ ਭਗਤ ਪੂਰਨ ਸਿੰਘ ਉਹਨਾਂ ਦਾ ਫ੍ਰੀ ਚ ਲਿਟਰੇਚਰ ਮਿਲਦਾ ਹੈ। ਬਿਲਕੁਲ, ਕੋਈ ਸ਼ੱਕ ਨਹੀਂ। ਮੈਂ ਕਿਹਾ ਜੀ ਪਹਿਲਾਂ ਤੇ ਤੁਸੀਂ ਵੀ ਦੱਸੋ ਜਾਂ ਮੈਂ ਦੱਸਾਂ ਕਿ ਆਪਾਂ ਕਿੰਨਾ ਕੁ ਪੜ੍ਹਿਆ। ਬਿਲਕੁਲ, ਕੋਈ ਸ਼ੱਕ ਨਹੀਂ। ਦੂਸਰੀ ਬੇਨਤੀ ਮੈਂ ਕਿਹਾ ਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਛੋਟੇ ਛੋਟੇ ਪੈਂਫਲੇਟ ਜੇ ਬਣਾ ਕੇ ਉਹ ਵੰਡਦੇ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤਿ ਲਿਟਰੇਚਰ ਦੀਆਂ ਦੁਕਾਨਾਂ ਉਹਨਾਂ ਨੇ ਖੋਲ੍ਹੀਆਂ ਹੋਈਆਂ ਨੇ, ਸ਼ਾਪਸ ਨੇ, ਉਹਦੇ ਵਿੱਚ ਲਿਟਰੇਚਰ ਰੱਖਿਆ ਹੋਇਆ। ਕੁਝ ਉਹ ਪੈਸੇ ਦੇ ਕੇ ਦਿੰਦੇ ਆ, ਕੁਝ ਉਹ ਫ੍ਰੀ 'ਚ ਵੀ ਪਿਆ ਹੁੰਦਾ ਕਿ ਲੈ ਜਾਓ ਜੀ। ਅਤੇ ਉਹਦੇ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਵੀ ਹੈ, ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਵੀ ਹੈ। ਜੇ ਬਾਕੀ ਇਹ ਹੈ, ਦੇਖੋ ਜੇ ਅਸੀਂ ਸਤਿਕਾਰ ਥੋੜ੍ਹਾ ਜਿਹਾ ਨਾ ਪਹਿਲਾਂ ਆਪਣੇ ਮਨ ਦੇ ਵਿੱਚ ਬਣਾਈਏ, ਜੇ ਅਸੀਂ ਬਾਕੀ ਚੀਜ਼ਾਂ ਖਰੀਦ ਸਕਦੇ ਹਾਂ ਤੇ ਅਸੀਂ ਇਸ ਗੱਲ ਪਿੱਛੇ ਕ੍ਰਿਟਿਸਿਜ਼ਮ ਕਰਨ ਲੱਗ ਗਏ ਹਾਂ ਕਿ ਵੇਖੋ ਜੀ ਬਾਬਾਣੀਆਂ ਕਹਾਣੀਆਂ ਉਹਨਾਂ ਨੇ ਇੱਕ ਕਿਤਾਬ ਛਾਪੀ ਹੈ, ਉਹ 6 ਰੁਪਏ ਦੀ ਦਿੰਦੇ ਨੇ, ਉਹ 10 ਰੁਪਏ ਦੀ ਦਿੰਦੇ ਹੈ, ਬਿਲਕੁਲ, ਤੇ ਉਹ ਆਪਾਂ ਖਰੀਦ ਲਓ। ਬਿਲਕੁਲ, ਅਸੀਂ ਆਪਣੇ ਗੁਰੂ ਵਾਸਤੇ 10 ਰੁਪਏ ਬਲੈਂਡਡ ਕੱਪੜਿਆਂ ਵਾਸਤੇ ਤਾਂ ਪੈਸੇ ਹੈ, ਉਹ ਬਹੁਤ ਨੇ ਜੀ, ਉਹ ਪਰ ਲਿਟਰੇਚਰ ਵਾਸਤੇ। ਤੇ ਬਾਕੀ ਸ਼੍ਰੋਮਣੀ ਕਮੇਟੀ ਨੂੰ ਇਹ ਜ਼ਰੂਰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਡੀ ਮਹਾਨ ਸੰਸਥਾ ਹੈ, ਜਿੰਨੇ ਮਹਾਨ ਕਾਰਜ ਕਰ ਰਹੇ ਨੇ, ਉਹਦੇ ਵਿੱਚ ਇੱਕ ਕਾਰਜ ਜ਼ਰੂਰ ਆਪਣੀ ਭੈਣ ਦੀ, ਆਪਣੀ ਬੇਟੀ ਦੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਦੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਸਮਤ ਬਖਸ਼ਣ ਸਾਨੂੰ ਸਾਰਿਆਂ ਨੂੰ। ਤੇ ਜਿਹੜੇ ਸਾਡੇ ਕਾਲਜਾਂ ਦੇ ਵਿੱਚ, ਸਾਡੇ ਵਿੱਚ ਜਿਹੜਾ ਟੀਚਰਸ ਦੇ ਵਿੱਚ ਪਤਿਤਪੁਣਾ ਆ ਗਿਆ, ਮੈਨੂੰ ਲੱਗਦਾ ਕਿ ਇਹ ਗੱਲ ਮੈਨੂੰ ਨਹੀਂ ਕਹਿਣੀ ਚਾਹੀਦੀ, ਪਰ ਕਿਉਂਕਿ ਮੈਂ ਮਹਿਸੂਸ ਕਰਨੀ ਆ, ਮੈਨੂੰ ਪਿੰਚ ਹੁੰਦਾ ਜੀ। ਡਾਕਟਰ ਸਾਹਿਬ ਸੱਚ ਕਹਿਣ ਤੋਂ ਗੁਰੇਜ਼ ਵੀ ਨਹੀਂ ਕਰਨੀ ਚਾਹੀਦੀ। ਹਾਂ, ਤੇ ਉਹਦੇ ਵੱਲ ਜ਼ਰੂਰ ਧਿਆਨ ਦੇਣ। ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਜ਼ਰੂਰ, ਜਿੱਦਾਂ ਅਸੀਂ ਇੰਟਰਵਿਊ ਦੇਣ ਵੇਲੇ ਸਿਰ ਢੱਕ ਕੇ ਜਾਂਦੇ ਹਾਂ ਨਾ ਤੇ ਫਤਿਹ ਬੁਲਾਉਂਦੇ ਹਾਂ, ਉੱਥੇ ਸਿੱਖ ਬੀਬੀਆਂ ਵਾਸਤੇ, ਸਿੱਖ ਜਿਹੜੇ ਸਾਡੇ ਜੈਂਟਸ ਟੀਚਰਸ ਨੇ, ਉਹਨਾਂ ਨੂੰ ਇਹ ਜ਼ਰੂਰ ਬੇਨਤੀ ਕਰਨ ਕਿ ਭਾਈ ਤੁਸੀਂ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਆਪਣੇ ਕੇਸ ਜਿਹੜੇ ਨੇ ਉਹ ਨਹੀਂ ਕਟਾਉਣੇ, ਇੰਨੀ ਕੁ ਜ਼ਰੂਰ ਮੈਂ ਬੇਨਤੀ ਕਰਾਂਗੀ। ਔਰ ਜਿਹੜੀ ਹੈ, ਮੈਨੂੰ ਲੱਗਦਾ ਹੈ ਕਿ ਇੰਨੀ ਕੁ ਬੇਨਤੀ ਮੇਰੀ ਇੱਕ ਭੈਣ ਦੀ, ਇੱਕ ਬੱਚੀ ਦੀ, ਔਰ ਜਿਹਨੇ ਤਕਰੀਬਨ 30 ਸਾਲ 29-30 ਸਾਲ ਜੌਬ ਕੀਤੀ ਹੈ, ਬੜੀ ਕਿਰਪਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੈਟਰ, ਕੋਈ ਵਾਰਨਿੰਗ ਨਹੀਂ ਮਿਲਿਆ। ਕੀ ਬਾਤ ਹੈ, ਬਹੁਤ ਅੱਛਾ। ਇੱਕ ਜ਼ਰੂਰ SGPC ਨੇ ਮੇਰੇ ਤੇ ਰਹਿਮੋ ਕਰਮ ਕੀਤਾ, ਉਹ ਮੇਰਾ ਇੱਕ ਗਿਲਾ ਵੀ ਹੈ ਜੀ, ਮੈਂ ਉਹ ਜ਼ਰੂਰ ਸ਼ੇਅਰ ਕਰਾਂਗੀ ਕਿ ਮੈਂ ਆਕੜ ਕਾਲਜ, ਤੁਹਾਨੂੰ ਦੱਸਿਆ ਕਿ ਮੇਰੇ ਹਸਬੈਂਡ ਦੀ ਡੈਥ ਤੋਂ ਬਾਅਦ ਸਤਿਕਾਰਯੋਗ ਪ੍ਰਧਾਨ ਸਾਹਿਬ ਨੇ ਮੇਰੀ ਆਕੜ ਕਾਲਜ 'ਚ ਬਦਲੀ ਕਰ ਦਿੱਤੀ। ਉੱਥੇ ਮੈਂ ਜੌਬ ਕਰ ਰਹੀ ਸੀ, ਜਦੋਂ ਮੈਂ ਜੁਆਇਨ ਕੀਤਾ 125 ਲੜਕੀਆਂ ਸਨ ਉੱਥੇ। ਮੈਂ ਬੜੀ ਹੈਰਾਨ ਹੋਈ ਕਿ ਇੰਨੇ ਘੱਟ ਬੱਚਿਆਂ ਨਾਲ ਕਾਲਜ ਚੱਲ ਰਿਹਾ। ਚਲੋ ਮੇਰੇ ਸਟਾਫ ਨੇ ਪੂਰਾ ਸਾਥ ਦਿੱਤਾ, ਅਸੀਂ ਪਿੰਡਾਂ ਵਿੱਚ ਜਾਣਾ ਸ਼ੁਰੂ ਕੀਤਾ। 360 ਲੜਕੀਆਂ ਹੋ ਗਈਆਂ 2017 ਦੇ ਵਿੱਚ। 360 125 ਤੋਂ। ਹਾਂਜੀ। ਔਰ ਬਡੂੰਗਰ ਸਾਹਿਬ ਨੇ ਮੇਰੀ ਬਦਲੀ ਡਿਮੋਸ਼ਨ ਕਰਕੇ, ਪ੍ਰਮੋਸ਼ਨ ਨਹੀਂ ਕੀਤੀ, ਡਿਮੋਸ਼ਨ ਕਰਕੇ ਮੈਨੂੰ ਮਾਤਾ ਗੁਜਰੀ ਕਾਲਜ ਦੇ ਵਿੱਚ ਭੇਜ ਦਿੱਤਾ। 235 ਬੱਚੀਆਂ ਦਾ ਵਾਧਾ ਹੋਇਆ। ਤੇ ਇਹ ਮੈਂ ਮੇਰੇ ਤੇ, ਚਲੋ ਮੇਰੇ ਲਈ ਉਹ ਫਿਰ ਵੀ ਮੇਰੇ ਤੇ ਕਿਰਪਾ ਸੀ, ਕਿਉਂਕਿ ਬਹੁਤ ਮੇਰਾ ਪਿਆਰਾ ਕਾਲਜ ਹੈ, ਮੇਰਾ ਪੇਰੈਂਟ ਕਾਲਜ ਹੈ, ਬੜਾ ਵਧੀਆ ਕਾਲਜ ਹੈ, ਯੂਨੀਵਰਸਿਟੀ ਦੇ ਬਰਾਬਰ ਦਾ ਕਾਲਜ ਹੈ। 26 ਜਿਹੜੇ ਨੇ ਉਹ PG ਕੋਰਸਿਸ ਤੇ 24 UG ਕੋਰਸਿਸ ਉੱਥੇ ਚੱਲਦੇ ਹੈ। ਪਰ ਡਾਕਟਰ ਸਾਹਿਬ, ਜਿੱਦਾਂ ਇਹ ਡਿਮੋਸ਼ਨ ਕਰਕੇ ਜਿਹੜੀ ਤੁਹਾਡੀ ਬਦਲੀ ਕਰ ਦਿੱਤੀ ਗਈ, ਉਹ ਗਿਲਾ ਤਾਂ ਹੈ, ਉਹ ਸ਼ਿਕਵਾ ਵੀ ਹੈ ਸਾਰਾ, ਉਹ ਗਿਲਾ ਸ਼ਿਕਵਾ ਸੁਣਨ ਵਾਲਿਆਂ ਨੂੰ ਵੀ ਜ਼ਰੂਰ ਹੋ ਰਿਹਾ ਹੈ ਤੇ ਸਾਨੂੰ ਵੀ ਹੈ। ਤੇ ਅਸੀਂ ਵੀ ਚਾਹਾਂਗੇ ਵੀ ਇੱਦਾਂ ਦੀ ਜਿਹੜੀ ਸੋਚ ਹੈ, ਇਹ ਵਧੀਆ ਸੋਚ ਦਾ ਪ੍ਰਗਟਾਵਾ ਨਹੀਂ ਹੈ। ਤੁਸੀਂ ਮੌਕਾ ਦਿਓ, ਜਿਹੜੇ ਕੁਝ ਟੀਚਰਸ ਅੱਗੇ ਵਧਣਾ ਚਾਹੁੰਦੇ ਨੇ ਜਾਂ ਤੁਹਾਡੇ ਕਾਲਜਾਂ ਦੇ ਵਿੱਚ ਡਿਵੈਲਪਮੈਂਟ ਕਰਨੀ ਚਾਹੁੰਦੇ ਨੇ, ਬੱਚੇ ਸਟਰੈਂਥ ਵਧਾਉਣੀ ਚਾਹੁੰਦੇ ਨੇ, ਆਪਣੀ ਮਤਲਬ ਆਪਣੀ ਕੋਈ ਨਾ ਕੋਈ ਕੁਰਬਾਨੀ ਦੇ ਕੇ, ਤੇ ਇਹੋ ਜਿਹੇ ਟੀਚਰਾਂ ਨੂੰ ਤੁਸੀਂ ਡਿਮੋਸ਼ਨ ਦੇ ਤੌਰ ਤੇ ਉਹਨਾਂ ਦੀ ਬਦਲੀ ਨਾ ਕਰੋ, ਪ੍ਰਮੋਸ਼ਨ ਦੇ ਤੌਰ ਤੇ ਬਦਲੀ ਕਰਿਆ ਕਰੋ। ਅੱਗੋਂ ਵਾਸਤੇ ਇਹੋ ਜਿਹੀ ਗੁਸਤਾਖੀ ਜਾਂ ਇਹੋ ਜਿਹੀ ਗਲਤੀ ਅਸੀਂ ਚਾਹੁੰਦੇ ਹਾਂ ਵੀ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਾ ਕਰੇ। ਆਪਣੇ ਚੈਨਲ ਗੁਰਬਾਣੀ ਅਖੰਡ ਬਾਣੀ ਵੱਲੋਂ ਅਸੀਂ ਜ਼ਰੂਰ ਇਹ ਕਹਿਣਾ ਚਾਹਾਂਗੇ, ਸੱਚ ਸੱਚ ਹੈ ਔਰ ਸੱਚ ਕਦੇ ਛੁਪਦਾ ਨਹੀਂ ਹੁੰਦਾ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਜਿਸ ਤਰ੍ਹਾਂ ਆਈਲੈਟਸ ਬੱਚੇ ਕਰਦੇ ਨੇ, ਬਾਹਰ ਜਾ ਰਹੇ ਨੇ, ਆਈਲੈਟਸ ਦੇ ਵਿੱਚੋਂ ਕਿਸੇ ਦੇ 7 ਬੈਂਡ ਨਹੀਂ ਆਏ, 5 ਆ ਗਏ, ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਕਿ ਉਸ ਬੱਚੀ ਨੇ ਨਹਿਰ 'ਚ ਛਾਲ ਮਾਰਤੀ, ਸੁਸਾਈਡ ਕਰ ਲਿਆ। ਕੁਛ ਇਹਨਾਂ ਬੱਚਿਆਂ ਨੂੰ ਵੀ ਕੁਛ ਸਮਝਾਓ
क्योंकि तुसीं कित्थों ਚੱਲੇ 7 ਭੈਣਾਂ एक परिवार ਦੇ ਵਿੱਚ 7 ਧੀਆਂ ਮਾਪਿਆਂ ਨੇ ਕਿਵੇਂ ਪਰਵਰਿਸ਼ ਕੀਤੀ ਔਰ ਕਿਸ ਰੁਤਬੇ ਤੱਕ ਮਾਪਿਆਂ ਨੇ ਪਹੁੰਚਾ ਦਿੱਤਾ। ਜਿੱਥੇ ਮਾਪਿਆਂ ਦਾ ਯੋਗਦਾਨ ਹੁੰਦਾ ਨਾ ਉੱਥੇ ਬੱਚਿਆਂ ਦਾ ਵੀ ਯੋਗਦਾਨ ਹੁੰਦਾ ਹੈ। ਮਾਪਿਆਂ ਨੇ ਪ੍ਰੇਰਨਾ ਦਿੱਤੀ, ਮਾਪਿਆਂ ਨੇ ਪੈਸਾ ਜਿਹੜਾ ਸੀ ਉਹਦੀ ਵਰਤੋਂ ਕੀਤੀ। ਬਿਲਕੁਲ ਬਈ ਤੁਸੀਂ ਧੀਓ ਪੜ੍ਹੋ, ਤੁਸੀਂ ਸਾਡੀਆਂ 7 ਧੀਆਂ ਨਹੀਂ, ਤੁਸੀਂ ਸਾਡੇ 7 ਪੁੱਤਰ ਹੋ, ਲੜਕੇ ਹੋ। ਅਤੇ ਮਾਪਿਆਂ ਨੇ ਆਪਣਾ ਅਹਿਮ ਜਿਹੜਾ ਸੀ ਯੋਗਦਾਨ ਉਹਦੇ ਵਿੱਚ ਪਾਇਆ ਅਤੇ ਨਿਭਾਇਆ। ਅਤੇ ਅੱਗੋਂ ਔਲਾਦ ਨੇ, ਅੱਗੋਂ ਇਹਨਾਂ ਨੇ ਧੀਆਂ ਨੇ, ਡਾਕਟਰ ਸਾਹਿਬ ਉਹਨਾਂ ਨੇ, ਇਹਨਾਂ ਦੀਆਂ ਭੈਣਾਂ ਨੇ ਵੀ ਆਪਣਾ ਫਰਜ਼ ਜਿਹੜਾ ਸੀ ਉਹਨੂੰ ਪਛਾਣਿਆ। ਅਤੇ ਤੁਸੀਂ ਅੱਜ ਕਿਸ ਮੁਕਾਮ 'ਤੇ ਪਹੁੰਚੇ ਹੋ, ਜ਼ਿੰਦਗੀ ਦੇ ਕਿੰਨੇ ਪੜਾਵਾਂ ਦੇ ਵਿੱਚੋਂ ਗੁਜ਼ਰਦੇ ਹੋਏ ਹੈ ਨਾ। ਚਾਹੇ ਉਹ ਔਖਾ ਪੈਂਡਾ ਸੀ, ਚਾਹੇ ਉਹ ਸੌਖਾ ਪੈਂਡਾ ਹੈ। ਡਾਕਟਰ ਸਾਹਿਬ ਇਹਨਾਂ ਨੂੰ ਕੁਛ ਇਹਨਾਂ ਬੱਚੀਆਂ ਨੂੰ ਜ਼ਰੂਰ ਕੋਈ ਸੰਦੇਸ਼ ਦਿਓ। ਅਸੀਂ ਇੱਕ ਬੱਚਿਆਂ ਨੂੰ ਟੌਪਿਕ ਵੀ ਲਿਖਣ ਲਈ ਕਹਿੰਦੇ ਹਾਂ, ਬੱਚਿਆਂ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ। ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ, ਹਾਂਜੀ, ਕਿ ਕੀ ਕਾਰਨ ਹੈ, ਕਿਉਂ ਬੱਚੇ ਬਾਹਰ ਜਾ ਰਹੇ ਨੇ, ਕਿਉਂ ਬੱਚੇ, ਜੇ ਇੱਕ ਬੱਚੇ ਨੂੰ ਆਇਲਸ ਕਰਕੇ ਉਹਦੇ ਨੰਬਰ ਨਹੀਂ ਅੱਛੇ ਆਉਂਦੇ, ਉਹਦੇ ਬੈਂਡ ਅੱਛੇ ਨਹੀਂ ਆਉਂਦੇ, ਉਹ ਕਿਉਂ ਸੁਸਾਈਡ ਵੱਲ ਜਾਂਦਾ ਹੈ। ਜੀ ਬਿਲਕੁਲ। ਇੱਕ ਮਜ਼ਦੂਰ ਜਿਹਨੂੰ 300 ਜਾਂ 400 ਰੁਪਇਆ ਦਿਹਾੜੀ ਮਿਲਦੀ ਹੈ, ਉਹ ਕਦੇ ਸੁਸਾਈਡ ਨਹੀਂ ਕਰਦਾ। ਹਾਂ ਡਾਕਟਰ ਸਾਹਿਬ ਆ ਪੁਆਇੰਟ ਤੁਹਾਡਾ ਬਹੁਤ ਜ਼ਬਰਦਸਤ ਹੈ। ਉਹ ਸੁਸਾਈਡ ਨਹੀਂ ਕਰਦਾ ਕਿਉਂਕਿ ਹੀ ਔਰ ਸ਼ੀ ਇਜ਼ ਸੈਟਿਸਫਾਈਡ। ਤੁਸੀਂ ਅਸੀਂ ਇੱਕ ਮੁਹਾਵਰਾ, ਚਾਦਰ ਵੇਖ ਕੇ ਪੈਰ ਪਸਾਰਨਾ। ਜੀ ਬਿਲਕੁਲ। ਸਾਡੀ ਤਾਂ ਚਾਦਰ, ਅਸੀਂ ਤਾਂ ਕਦੇ ਚਾਦਰ ਵੱਲ ਧਿਆਨ ਹੀ ਨਹੀਂ ਕੀਤਾ। ਅਸੀਂ ਦੇਖੋ, ਜੇ ਬੱਚੇ ਦੇ 7 ਬੈਂਡ ਵੀ ਆ ਗਏ ਨੇ ਤਾਂ ਕੀ ਜਹਾਜ਼ ਖੜਾ ਕਿ ਉਹ ਆ ਜਾ 7 ਬੈਂਡ ਆ ਗਏ ਨੇ ਤੇ ਚੱਲ ਸਾਡੇ ਜਹਾਜ਼ 'ਚ ਬੈਠ ਤੇ ਚਲੋ ਕੈਨੇਡਾ। ਕਿੰਨੇ ਪੈਸੇ, 15-20 ਲੱਖ, ਕਿਉਂਕਿ ਮੈਂ ਖੁਦ ਭੇਜਿਆ ਆਪਣੀ ਬੇਟੀ ਨੂੰ। ਬਿਲਕੁਲ 15-20 ਲੱਖ ਰੁਪਈਆ ਉਹਨਾਂ ਨੂੰ ਐਟ ਦਾ ਸਪੌਟ ਲਾਉਣੇ ਹੈ, ਮਾਮੂਲੀ। ਹਾਂ ਬਿਲਕੁਲ। ਉੱਥੇ ਜਾ ਕੇ ਕੀ ਕਰਨਾ ਹੈ? ਉੱਥੇ ਜਾ ਕੇ ਕੋਈ ਵਾਈਟ ਕਾਲਰ ਜੌਬ ਨਹੀਂ ਹੈ। ਬਿਲਕੁਲ ਉੱਥੇ ਲੇਬਰ ਕਰਦੇ ਨੇ ਸਾਡੇ ਬੱਚੇ। ਬਿਲਕੁਲ ਕਰਦੇ ਡਾਕਟਰ ਸਾਹਿਬ, ਕੋਈ ਸ਼ੱਕ ਨਹੀਂ ਜੀ। ਔਰ ਲੇਬਰ ਕਰਦੇ ਹੈ, ਫਿਰ ਉਹਨਾਂ ਦੇ ਮਨਾਂ ਦੇ ਉੱਤੇ ਟੈਨਸ਼ਨ, ਜਿਹੜੇ ਅੱਛੇ ਬੱਚੇ ਨੇ, ਕਿ ਅਸੀਂ ਕਰਜ਼ਾ ਲਾਉਣਾ ਹੈ, ਅਸੀਂ ਜ਼ਮੀਨ ਛਡਾਉਣੀ ਹੈ, ਅਸੀਂ ਭੈਣ ਦਾ ਵਿਆਹ ਕਰਨਾ ਹੈ। ਪੰਜਾਬੀ ਗੀਤਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ। ਪਰ ਸੁਸਾਈਡ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਬੇਸ਼ੱਕ ਉਹ ਕੋਈ ਕਿਸਾਨ ਕਰਦਾ ਹੈ, ਬੇਸ਼ੱਕ ਉਹ ਕੋਈ ਬੱਚਾ ਕਰਦਾ ਹੈ, ਕੋਈ ਬੱਚੀ ਕਰਦੀ ਹੈ। ਵੇਖੋ ਬੇਟੇ, ਜ਼ਿੰਦਗੀ ਦੇ ਨਾਲ ਜੂਝਣਾ ਸਿੱਖੋ। ਜੀ ਬਿਲਕੁਲ। ਜ਼ਿੰਦਗੀ ਜਿਹੜੀ ਹੈ ਏਡੀ ਪਿਆਰੀ ਚੀਜ਼ ਹੈ, ਉਹ ਦੁਬਾਰਾ ਮਾਨੁਖ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਬਿਲਕੁਲ ਬੇਟੇ, ਆਪਣੇ ਗੁਰੂ ਵੱਲ ਵੇਖੋ। ਬੱਚਿਓ, ਤੁਸੀਂ ਆਪਣੇ ਗੁਰੂ ਤੋਂ ਸਿੱਖਿਆ ਲਓ। ਉਹਨਾਂ ਨੂੰ ਕੀ ਮੁਸੀਬਤਾਂ ਨਹੀਂ ਆਈਆਂ? ਆਪਾਂ ਤਾਂ ਆਮ ਬੰਦਿਆਂ, ਉਹ ਤਾਂ ਗੁਰੂ ਸਨ। ਅਤੇ ਆਪਾਂ ਇੰਨੀ ਕੁ ਗੱਲ ਪਿੱਛੇ ਜਾ ਕੇ ਨਹਿਰ 'ਚ ਛਾਲ ਮਾਰ ਦਿੰਦੇ। ਥਿੰਕ ਅਬਾਊਟ ਯੂਰ ਪੇਰੈਂਟਸ। ਉਹ ਕਦੇ ਨਹੀਂ ਚਾਹੁੰਣਗੇ ਕਿ ਸਾਡਾ ਬੱਚਾ ਮਾੜਾ ਵੀ ਬੱਚਾ ਹੋਵੇ ਅਤੇ ਅਸੀਂ, ਮਾਂ ਜਿਹੜੀ ਕਦੇ ਨਹੀਂ ਸੋਚਦੀ ਜਾਂ ਕਹਿੰਦੀ ਜ਼ੁਬਾਨ ਤੋਂ ਮਰ ਜਾ। ਅਤੇ ਆਪਾਂ ਇਹਨਾਂ ਗੱਲਾਂ ਵੱਲ, ਵੈਸੇ ਤਾਂ ਤੁਹਾਡਾ ਪਿਆਰਾ ਪੰਜਾਬ ਹੈ, ਰੰਗੀਲਾ ਪੰਜਾਬ ਹੈ, ਸੋਹਣਾ ਪੰਜਾਬ ਹੈ। ਧਨੀ ਰਾਮ ਚਾਤਰਿਕ ਨੇ ਲਿਖਿਆ, ਸੋਹਣਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ। ਦੇਸ਼ ਦਾ ਨਾਂ ਦਿੱਤਾ ਪੰਜਾਬ ਨੂੰ। ਔਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਪੰਜਾਬ ਦੇਖੋ। ਔਰ ਕਦੇ ਵੀ ਮਨ ਦੇ ਵਿੱਚ ਸੁਸਾਈਡ ਕਰ, ਜਿੰਨੀ ਮਰਜ਼ੀ ਕੋਈ ਤੁਹਾਨੂੰ ਮੁਸੀਬਤ ਆ ਜੇ, ਮੈਂ ਚੈਨਲ ਰਾਹੀਂ ਮੇਰਾ ਦਿਲ ਕਰਦਾ ਹੁੰਦਾ ਕਿ ਜਿੱਥੇ ਵੀ ਕੋਈ ਉਦਾਸ ਹੈ, ਬੇਸ਼ੱਕ ਮੈਂ ਵੀ ਜ਼ਿੰਦਗੀ 'ਚ ਉਦਾਸ ਨਹੀਂ ਹਾਂ, ਪਰ ਮੈਂ ਉਸ ਬੰਦੇ ਕੋਲ ਪਹੁੰਚਾਂ ਔਰ ਆਪਣੀ ਉਹਨੂੰ ਜਿੰਨੀ ਕੁ ਆਪਣੀ ਬੁੱਧੀ ਦੇ ਮੁਤਾਬਕ ਕਾਉਂਸਲਿੰਗ ਕਰਕੇ ਉਹਦੀ ਉਦਾਸੀ ਦੂਰ ਕਰਾਂ। ਔਰ ਆਫਟਰ ਮਾਈ ਰਿਟਾਇਰਮੈਂਟ ਆਈ ਵਿਲ ਟਰਾਈ ਟੂ ਡੂ ਦਿਸ ਵਰਕ। ਵਾਹ, ਬਹੁਤ ਅੱਛਾ। ਜੇ ਮੈਨੂੰ ਜੋਬ ਦੀ ਵੀ ਮੈਂ ਟਰਾਈ ਕਰਾਂਗੀ ਕਿ 1-2 ਸਾਲ ਲਈ ਵੀਰ ਜੀ ਮੈਨੂੰ ਸੇਵਾ ਦਾ ਮੌਕਾ ਮਿਲੇ। ਪਰ ਜੇ ਨਹੀਂ ਵੀ ਮਿਲੀ, ਕੋਈ ਗੱਲ ਨਹੀਂ, ਕੋਈ ਨਹੀਂ, ਉਹਦੀ ਬੜੀ ਬਖਸ਼ਿਸ਼ ਹੈ। ਔਰ ਹੋਰ 4-5 ਸਾਲਾਂ ਨੂੰ ਬੱਚੀਆਂ ਹੋ ਜਾਣੀਆਂ ਸੈੱਟ ਆਪਣੀ ਲਾਈਫ ਦੇ ਵਿੱਚ। ਮੈਂ ਉਦਾਸੀ ਜਿਹੜੀ ਹੈ, ਮੈਂ ਆਪਣੇ ਸਟੂਡੈਂਟਸ ਨੂੰ ਵੀ ਕਹਿੰਦੀ ਹੁੰਦੀ ਹਾਂ ਕਿ ਬੇਟੇ, ਤੁਹਾਡੇ ਚਿਹਰਿਆਂ 'ਤੇ ਉਦਾਸੀ ਕਿਉਂ ਹੈ? ਕੀ ਗੱਲ ਹੈ? ਕੀ ਪ੍ਰੋਬਲਮ ਹੈ ਤੁਹਾਨੂੰ? ਤੁਸੀਂ ਪੜ੍ਹੋ, ਮਿਹਨਤ ਕਰੋ। ਤੁਸੀਂ ਜਿਹੜੇ ਮਾੜੇ ਲੋਕਾਂ ਨੂੰ ਕ੍ਰਿਟਿਸਾਈਜ਼ ਨਾ ਕਰੋ, ਤੁਸੀਂ ਉਹਨਾਂ ਨੂੰ ਰੀਪਲੇਸ ਕਰੋ। ਜਦੋਂ ਤੁਸੀਂ ਵਧੀਆ ਅਫੀਸਰ ਤੁਸੀਂ ਬਣੋਗੇ, ਨੈਚੁਰਲੀ ਹੈ, ਤੁਹਾਡੇ ਹੱਥ 'ਚ ਪਾਵਰ ਹੋਏਗੀ, ਯੂ ਕੈਨ ਡੂ ਐਨੀਥਿੰਗ। ਬਿਲਕੁਲ। ਤੁਸੀਂ ਪੈਸੇ ਕਮਾਉਂਦੇ ਹੋਵੋਗੇ, ਤੁਸੀਂ ਗਰੀਬ ਕਿਸੇ ਦੀ ਹੈਲਪ ਕਰਦੇ ਹੋਵੋਗੇ। ਜੀ ਬਿਲਕੁਲ ਬਿਲਕੁਲ। ਇਸ ਕਰਕੇ ਬਾਹਰ ਜਾਣ ਦਾ ਕੋਈ ਗੱਲ ਨਹੀਂ, ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਹੈ,
पर बाहर ना जाके सुसाइड कर लेना ये कोई अच्छी गल नहीं। बिल्कुल 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 डॉक्टर साहब ने बहुत वधिया जिहड़ा है संदेश दिता। और वो बच्चे बच्चियां जिहड़े सुन रहे ने डॉक्टर साहब नूं, डॉक्टर रजिंदर कौर जी नूं, तुसीं सुनिया भी किस परिवार दे विच जन्मे, 7 भैणां 7 धीआं जिस परिवार दे विच होण, किन्ना माँ बाप के उपर किन्ना जिम्मेवारी हुंदी है ना, पर बाखूबी जिम्मेवारी मापिया ने निभाई, बाखूबी जिम्मेवारी धीआं होण दे बावजूद डॉक्टर साहब उन्होंने इन्हां दी भैणां ने निभाई ते अज डॉक्टर के मुकाम ते पहुँचे ने, प्रिंसीपल भी रह चुके ने, प्रोफैसर लगे हुए ने। सो ये तुहाडे लिए यही प्रेरणा स्रोत है ना। इस तो बड़ी प्रेरणा मतलब एक उस्ताद जदों बोलता है तो वो स्टूडेंट्स नूं दसदा है, तो ये भी एक बहुत बड़ी प्रेरणा है। डॉक्टर साहब के जीवन तो ही तुसीं असीं भी बेनती करांगे उन्हां नौजवान बच्चे बच्चियां नूं कि सिੱਖਿਆ लो ज़रूर। डॉक्टर साहब दे एक एक लफ्ज़ नूं गुरबाणी अखंड बाणी राही जो ये इंटरव्यू हो रही है नूं ज़रूर सुनो, वध तो वध दोबारा सुनो, ताकि हो सकता है तुसीं भी एक दिन बहुत उच्च मुकाम ते पहुँच जाओ। इस इंटरव्यू के जरिए ही डॉक्टर साहिब दियाँ जड़ियाँ तुसीं जीवन की जड़ी तुसीं सारी दास्तान सुनी है, शायद तुहानू भी बहुत ज़्यादा मनोबल तुहाडा होर भी कायम हो सके और गुरु दे नाल जुड़ो और हमेशा रब नूं चेते रखो। डॉक्टर साहब ने यही कहा तो हर एक जो भी तुहाडे जीवन दे विच जो कुछ भी वापरदा है उस भाणे नूं मिठा करके मनो, फिर तुहाडा जिहड़ा जीवन है उहदे विच चमक आएगी। क्योंकि डॉक्टर साहब जिवें सोना हुंदा है ना तो उहनूं कुठाड़ी विच पा के अग दा सेक दे के उहदे चों मैल कट्टी जाती है, फिर वो शुद्ध सोना बनता 12 बन्नी का, फिर उसकी कदर पैंदी है, कीमत पैंदी है। सो इस तरह अपने जीवन दे विचों जिहड़ियां ये मैलां ने इन्हां नूं दूर करो, फिर तुहाडे जीवन दे अंदर भी जिवें डॉक्टर साहब दे जीवन विच चमक है, जां इन्हां दे चेहरे दे उपर भी चमक है, वो नूर है, तो वो तुहाडे जीवन दे विच भी उही चमक तो हर एक नूं दिखाई देवेगी। तो जिवें डॉक्टर साहब तो अज प्रेरणा मिल रही है, हो सकता है आने वाले समय विचों तुहाडे जीवन दे विचों भी एक नूं नहीं लखां नूं प्रेरणा मिल सके। सो डॉक्टर साहब कुछ अखीर च कहना होर? अखीर च मैं पहला तो चैनल का धन्नवाद करदी हाँ। मैं कोई बेटे मैं आम मनुख हाँ, आम एक औरत हाँ, जो मैं अपनी जिंदगी दियाँ मेरी जिंदगी दे विच सच्चाइयां सन मैं वो दसियां, जो मैं फील करनी है मैं वो दस्या जी बिल्कुल। और कोशिश की है कि मेरे लफ्ज़ों के नाल किसी का दिल ना दुखी, फिर भी जे किसी गल दे विचों मेरी गल करके मायूसी आउंदी है तो उहदे वास्ते मैं माफ़ी दी हकदार हाँ, माफ़ी मंगदी हाँ। और जे मैनू अकाल पुरख ने थोड़ी जी उम्र बख्शिश की तो मैं जिद्दां वीर जी कह रहे हैं प्रेरणा स्रोत तां चलो साडे गुरु ने, साडे गुरु ग्रंथ साहब ने जी बिल्कुल, पर मैं भी अपनी लाइफ दे उत्ते एक किताब जरूर ट्राई करांगी लिखण दी, क्योंकि मेरी फ्रेंड ने एक बारी कहा सी कि मेरियां बच्चियां भी कहिंदियां ने कि इदां दी किताब लिखो, क्योंकि तुसी एक कॉमन गर्ल सी, कॉमन लेडी सी, कॉमन अपना एक ह्यूमन बीइंग हो कि किहड़ी जगह तो उठे तो कित्थे पहुंचे उस अकाल पुरख की कृपा नाल जी बिल्कुल, ते डिग्गिया होया मनुख जिहड़ा है वो खड़ा हो जे। बस मैं ये अपने पंजाब वास्ते और अपने बच्चियां वास्ते स्टूडेंट्स वास्ते अकाल पुरख अगे अरदास करनी आ ते मैं ये जरूर उपराला करांगी कि एक इदां दी किताब जिहड़ी है वो जरूर लिखी जाए जिहड़ी एक प्रेरणा स्रोत बने नौजवानों वास्ते ते मेरियां भैणां वास्ते। बिल्कुल डॉक्टर साहब असी भी गुरबाणी अखंड बाणी चैनल भी तुहाडे नाल है, किसी भी किस्म का सहयोग किताब नूं लिखण दे विच जां होर अगे पब्लिश करन दे विच है ना, तो बिल्कुल तुहाडे नाल आ, जरूर लिखो तुसीं किताब ताकि डिग्या होया मनुख फिर दोबारा तो खड़ा हो सके, जिवें तुसीं कितनी बार जिंदगी के डिगे और जिस तरह एक कीड़ी चढ़ती है डॉक्टर साहब कंध के उपर कितनी बार डिगती है फिर चढ़ती है अखीर वो चढ़ जाती है अपनी मंजिल तक पहुँच जाती है। इस तरह तुसीं भी अपनी मंजिल मकसूद नूं प्राप्त किया, पर जिंदगी में पता नहीं कितनी दफ़ा डिगे फिर उठे। सो डॉक्टर साहब की यह गल बहुत ही मैनूं बहुत ज़्यादा
ਮੇਰੇ ਮਨ ਨੂੰ ਛੂ ਗਈ ਕਿ ਮੈਂ ਚਾਹੁੰਦੀ ਹਾਂ ਕਿ ਡਿੱਗਿਆ ਹੋਇਆ ਮਨੁੱਖ ਫਿਰ ਤੋਂ ਉੱਠ ਸਕੇ ਉਸ ਕਿਤਾਬ ਨੂੰ ਪੜ੍ਹ ਕੇ ਵੀ ਔਰ ਮਾਲਕ ਦੇ ਫਜ਼ਲ ਕਰਮ ਬਦੌਲਤ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਬਾਣੀ ਅਖੰਡ ਬਾਣੀ ਨੂੰ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।